ਅੱਜ ਸਾਡਾ ਸਮਾਜ ਕਿੱਧਰ ਜਾ ਰਿਹਾ, ਕਿੰਨਾ ਘੋਰ ਕਲਯੁਗ ਹੋ ਗਿਆ ਕਿ ਅੱਜ ਸਾਨੂੰ ਸੱਚ ਬੋਲਣ ਦੇ ਲਈ ਵੀ ਬੋਡੀਗਾਰਡ ਰੱਖਣ ਦੀ ਲੋੜ ਪੈ ਰਹੀ ਆ। ਇੱਕ ਇਹੋ ਜਿਹਾ ਸਮਾਂ ਚੱਲ ਰਿਹਾ ਕਿ ਸੰਤਾਂ ਨੂੰ, ਮਹਾਂਪੁਰਸ਼ਾਂ ਨੂੰ ਜਾਂ ਫਕੀਰਾਂ ਨੂੰ ਬੋਡੀਗਾਰਡ ਦੀ ਕਿਉਂ ਲੋੜ ਪੈ ਗਈ? ਜਿਹੜੇ ਸੱਚ ਦਾ ਪ੍ਰਚਾਰ ਕਰਦੇ ਨੇ, ਸੱਚ ਦਾ ਹੋਕਾ ਦਿੰਦੇ ਨੇ, ਉਹਨਾਂ ਨੂੰ ਅੱਜ ਬੋਡੀਗਾਰਡ ਰੱਖਣ ਦੀ ਕੀ ਲੋੜ ਪੈ ਗਈ? ਇੱਕ ਪਾਸੇ ਕਹਿੰਦੇ ਆ ਅਸੀਂ ਜਨਮ ਔਰ ਮੌਤ ਪਰਮਾਤਮਾ ਦੇ ਹੱਥ ਆ, ਕਿ ਸਰੀਰ ਇਹ ਨਾਸ਼ਵਾਨ ਆ, ਇਹ ਅੱਜ ਨਹੀਂ ਤਾਂ ਕੱਲ ਨੂੰ ਇਹ ਸਰੀਰ ਨੇ ਖਤਮ ਹੋਣਾ ਆ। ਉਹ ਸੰਤ ਮਹਾਂਪੁਰਸ਼ ਵੀ ਕਹਿੰਦੇ ਆ ਕਿ ਬੇਟੇ ਇਹ ਸਰੀਰ ਦੀ ਕਦਰ ਕਰੋ, ਸਮੇਂ ਰਹਿੰਦੇ ਹੋਏ ਇਹਦਾ ਫਾਇਦਾ ਲੈ ਲਵੋ। ਪਰ ਅੱਜ ਜੋ ਅਸੀਂ ਸਮਾਂ ਦੇਖਦੇ ਪਏ ਹਾਂ, ਜੋ ਸਮਾਂ ਅੱਜ ਚੱਲਦਾ ਪਿਆ, ਸੰਤਾਂ ਮਹਾਂਪੁਰਸ਼ਾਂ ਨੂੰ, ਫਕੀਰਾਂ ਨੂੰ, ਸੱਚ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਬਾਡੀਗਾਰਡ ਦੀ ਕੀ ਜ਼ਰੂਰਤ ਆ? ਗੁਰੂਆਂ ਨੂੰ ਬਾਡੀਗਾਰਡ ਰੱਖਣ ਦੀ ਕੀ ਜ਼ਰੂਰਤ ਆ? ਜੇ ਉਹਨਾਂ ਨੂੰ ਮੌਤ ਤੋਂ ਡਰ ਲੱਗਦਾ ਪਿਆ, ਜੇ ਉਹ ਆਪਣੀ ਮੌਤ ਤੋਂ ਡਰਦੇ ਪਏ ਆ, ਫਿਰ ਸੱਚ ਦਾ ਹੋਕਾ ਕਿਉਂ ਦੇ ਰਿਹਾ? ਆਤਮਾ ਕਹਿੰਦੇ ਮਰਦੀ ਨਹੀਂ, ਨਾ ਜੰਮਦੀ ਕਦੇ, ਨਾ ਇਹਨੂੰ ਕੋਈ ਜਲਾ ਸਕਦਾ, ਨਾ ਕੋਈ ਡੁਬੋ ਸਕਦਾ। ਫਿਰ ਅਸੀਂ ਕਿਉਂ ਡਰਦੇ ਪਏ ਹਾਂ? ਅੱਜ ਸਾਨੂੰ ਸੱਚ ਦੇ ਪ੍ਰਚਾਰ ਕਰਨ ਵਾਸਤੇ, ਸੱਚ ਦੀਆਂ ਗੱਲਾਂ ਕਰਨ ਵਾਸਤੇ, ਸੱਚੇ ਨਾਮ ਦਾ ਹੋਕਾ ਦੇਣ ਵਾਸਤੇ ਅੱਜ ਸਾਨੂੰ ਬਾਡੀਗਾਰਡਾਂ ਦੀ ਜ਼ਰੂਰਤ ਪੈ ਗਈ, ਸਿਕਿਉਰਿਟੀ ਦੀ ਲੋੜ ਪੈ ਗਈ। ਇੱਕ ਪਾਸੇ ਅਸੀਂ ਕਹਿੰਦੇ ਆ ਗੁਰੂ, ਸੰਤ, ਮਹਾਂਪੁਰਸ਼, ਫਕੀਰ ਆਪ ਖੁਦ ਪਰਮਾਤਮਾ ਆ। ਜੇ ਉਹ ਪਰਮਾਤਮਾ ਆ, ਸ੍ਰਿਸ਼ਟੀ ਨੂੰ ਬਣਾਉਣ ਵਾਲਾ ਆ, ਕਣ ਕਣ ਦੇ ਵਿੱਚ ਵਿਰਾਜਮਾਨ ਆ, ਫਿਰ ਬੋਡੀਗਾਰਡ ਕਿਉਂ ਰੱਖੇ ਜਾਂਦੇ ਆ? ਉਹਨਾਂ ਨੂੰ ਕਿਸ ਗੱਲ ਦਾ ਖਤਰਾ ਆ? ਦਾਸ ਨੂੰ ਕਈ ਵਾਰ ਦੇਖਣ ਦਾ ਮੌਕਾ ਮਿਲਦਾ, ਐਡੇ ਵੱਡੇ ਮਹਾਤਮਾ ਨੇ, ਉਹਨਾਂ ਨੇ 15-20 ਗਨਮੈਨ ਰੱਖੇ ਹੋਏ ਆ। ਕਾਹਦੇ ਲਈ ਉਹ ਡਰਦੇ ਪਏ ਆ? ਕਿ ਉਹ ਪ੍ਰਮਾਤਮਾ ਉਹਨਾਂ ਦੇ ਨਾਲ ਨਹੀਂ ਹੈਗਾ? ਅਸੀਂ ਖੁਦ ਗੁਰੂ ਨੂੰ ਪ੍ਰਮਾਤਮਾ ਕਹਿੰਦੇ ਆ ਕਿ ਗੁਰੂ ਹੀ ਸਾਡਾ ਸਭ ਕੁਛ ਆ। ਕਰਤਾ ਕਰੇ ਨਾ ਕਰ ਸਕੇ, ਗੁਰੂ ਕਰੇ ਸੋਏ, ਕਹਿ ਰਹੇ ਨਾ ਆਪਾਂ। ਅੱਜ ਸੰਤਾਂ ਮਹਾਂਪੁਰਸ਼ਾਂ ਦੀ ਅਸੀਂ ਇੰਨਾ ਪ੍ਰੇਮ ਕਰਦੇ ਹਾਂ, ਉਹਨਾਂ ਦੇ ਬਚਨਾਂ ਤੇ ਚੱਲਦੇ ਹਾਂ, ਪਰ ਉਹਨਾਂ ਨੂੰ ਅੱਜ ਸਿਕਿਉਰਿਟੀ ਦੀ ਲੋੜ ਪੈ ਗਈ। ਬੜੀ ਸਮਝਣ ਵਾਲੀ ਗੱਲ ਆ। ਜਿਹੜਾ ਇਨਸਾਨ ਆਪ ਦੀ ਰੱਖਿਆ ਨਹੀਂ ਕਰ ਸਕਦਾ, ਉਹ ਆਪਣੇ ਬੱਚੇ ਦੀ ਕੀ ਰੱਖਿਆ ਕਰੂੰਗਾ? ਜਿਹਨੂੰ ਆਪ ਮੌਤ ਦੇ ਕੋਲੋਂ ਡਰ ਲੱਗਦਾ ਪਿਆ, ਉਹ ਸਾਨੂੰ ਕਿੱਦਾਂ ਮੌਤ ਤੋਂ ਬਚਾਊਗਾ? ਐਡੇ ਵੱਡੇ ਮਹਾਂਪੁਰਸ਼ ਆਏ, ਕਬੀਰ ਸਾਹਿਬ ਆਏ, ਨਾਮ ਦਾ ਹੋਕਾ ਦਿੱਤਾ, ਉਹਨਾਂ ਦਾ ਵੀ ਵਿਰੋਧ ਹੋਇਆ, ਉਹਨਾਂ ਨਾਲ ਵੀ ਲੋਕਾਂ ਛਲ ਕਪਟ ਕੀਤਾ। ਗੁਰੂ ਰਵਿਦਾਸ ਮਹਾਰਾਜ ਜੀ ਆਏ, ਗੁਰੂ ਨਾਨਕ ਦੇਵ ਜੀ ਆਏ, ਚਾਰੇ ਉਦਾਸੀਆਂ ਕੀਤੀਆਂ ਉਹਨਾਂ ਨੇ,
ਹੋਰ ਏਡੇ ਵੱਡੇ ਮਹਾਪੁਰਸ਼ ਗੁਰੂ ਆਏ ਨੇ, ਉਹਨਾਂ ਨੇ ਕਦੇ ਬਾਡੀਗਾਰਡ ਰੱਖੇ ਨਹੀਂ, ਕਦੇ ਉਹਨਾਂ ਨੇ ਅੰਗ ਰਕਸ਼ਕ ਰੱਖੇ ਨਹੀਂ ਨਾਲ, ਕਦੇ ਸਿਕਿਉਰਟੀ ਨਹੀਂ ਰੱਖੀ। ਹਮੇਸ਼ਾ ਉਹਨਾਂ ਸੱਚ ਦਾ ਪ੍ਰਚਾਰ ਕਰਦੇ ਰਹੇ। ਕਈਆਂ ਨੇ ਵਿਰੋਧ ਵੀ ਕੀਤਾ, ਕਈਆਂ ਨੇ ਬੜਾ ਕੁਝ ਵੀ ਕਿਹਾ, ਪਰ ਉਹ ਆਪਣਾ ਜੋ ਸੰਦੇਸ਼ ਸੀ ਉਹ ਸੰਦੇਸ਼ ਦਿੰਦੇ ਗਏ, ਨਾਮ ਦਾ ਹੋਕਾ ਦਿੰਦੇ ਗਏ। ਉਹ ਖੁਦ ਖੁਦਾ ਸੀ ਆਪ। ਉਹਨਾਂ ਨੇ ਸਿਕਿਉਰਟੀ ਨਹੀਂ ਰੱਖੀ। ਅੱਜ ਅਸੀਂ ਕਿਉਂ ਸਿਕਿਉਰਟੀ ਰੱਖਣ ਲੱਗ ਗਏ? ਗੁਰੂ ਦੀ ਅਸੀਂ ਮਹਿਮਾ ਐਡੀ ਵੱਡੀ ਕਰਦੇ ਹਾਂ, ਸੰਤਾਂ ਦੀ ਮਹਿਮਾ ਕਰਦੇ ਹਾਂ। ਅੱਜ ਉਹਨਾਂ ਨੂੰ ਸੱਚ ਦੇ ਪ੍ਰਚਾਰ ਦੇ ਲਈ, ਨਾਮ ਦਾ ਪ੍ਰਚਾਰ ਕਰਨ ਦੇ ਲਈ ਅੱਜ ਉਹਨਾਂ ਨੂੰ ਸਿਕਿਉਰਟੀ ਦੀ ਲੋੜ ਪੈ ਰਹੀ ਹੈ। ਉਹ ਆਪਣੀ ਰੱਖਿਆ ਨਹੀਂ ਕਰ ਸਕਦੇ, ਸਾਡੀ ਕੀ ਕਰੋਗੇ? ਫਕੀਰ, ਜਿਹੜੇ ਫਕੀਰ ਹੁੰਦੇ ਆ, ਉਹ ਕਹਿੰਦੇ ਸਭ ਕੁਝ ਪਲਟ ਦਿੰਦੇ ਆ, ਸਭ ਕੁਝ ਬਦਲ ਦਿੰਦੇ ਆ, ਅੱਖ ਦੇ ਇਸ਼ਾਰੇ ਨਾਲ ਸਭ ਕੁਝ ਕਰ ਦਿੰਦੇ ਆ। ਫਿਰ ਅੱਜ ਦੇ ਫਕੀਰਾਂ ਨੂੰ ਗੰਨਾ ਮੈਨਾਂ ਦੀ ਕੀ ਲੋੜ ਪੈ ਗਈ? ਸਿਕਿਉਰਟੀ ਗਾਰਡ ਦੀ ਕੀ ਲੋੜ ਪੈ ਗਈ? ਕਿ ਉਹ 2 ਨੰਬਰ ਦਾ ਕੰਮ ਕਰਦੇ ਆ, ਕਿ ਉਹ ਬੇਈਮਾਨੀ ਕਰਦੇ ਆ? ਤਾਂ ਹੀ ਲੋੜ ਪੈ ਗਈ ਨਾ। ਫਿਰ ਅਸੀਂ ਉਹਨਾਂ ਨੂੰ ਪੂਜਦੇ ਹਾਂ, ਉਹਨਾਂ ਦੀ ਸੇਵਾ ਕਰਦੇ ਹਾਂ, ਉਹਨਾਂ ਦੇ ਪੈਰੀ ਹੱਥ ਲਗਾਉਂਦੇ ਹਾਂ। ਜੇ ਉਹ ਆਪ ਡਰਦੇ ਪਏ ਨੇ, ਸਾਡਾ ਡਰ ਕਿੱਦਾਂ ਦੂਰ ਕਰਨਗੇ ਉਹ? ਆਪ ਉਹ ਮੌਤ ਤੋਂ ਡਰ ਕਰਦੇ, ਸਾਨੂੰ ਮੌਤ ਤੋਂ ਕਿੱਦਾਂ ਬਚਾਓਗੇ ਸਾਨੂੰ? ਇੱਕ ਪਾਸੇ ਕਹਿੰਦੇ ਸਭ ਕੁਝ ਪਰਮਾਤਮਾ ਦੇ ਹੱਥ ਆ, ਜਨਮ ਔਰ ਮੌਤ ਉਹਦੇ ਹੱਥ ਆ। ਪਤਾ ਨਹੀਂ ਕਿਹੜੇ ਸਮੇਂ, ਕਿਹੜੇ ਪਲ ਸਾਡੇ ਸਵਾਸ ਨਿਕਲ ਜਾਣੇ ਆ। ਇੱਕ ਸਵਾਸ ਅੰਦਰ ਗਿਆ, ਪਤਾ ਨਹੀਂ ਬਾਹਰ ਆਣਾ ਨਹੀਂ ਆਣਾ, ਉਹਦੀ ਮੌਜ ਆ। ਫਿਰ ਮੌਤ ਨਿਸ਼ਚਿਤ ਹੁੰਦੀ ਆ। ਫਿਰ ਸਾਨੂੰ ਪ੍ਰਚਾਰ ਕਰਨ ਦੇ ਲਈ ਅੱਜ ਸਿਕਿਉਰਟੀ ਗਾਰਡ ਦੀ ਲੋੜ ਪੈ ਰਹੀ। ਕਿੱਦਾਂ ਦਾ ਸਮਾਂ ਆ ਗਿਆ? ਕਿੰਨਾ ਕੋਰ ਘਲ ਜਾਊਗਾ? ਅਸੀਂ ਮਹਾਪੁਰਸ਼ਾਂ ਇਤਿਹਾਸ ਪੜ੍ਹਦੇ, ਪਿੱਛੇ ਕਿਤਾਬਾਂ ਪੜ੍ਹਦੇ ਹਾਂ, ਧਾਰਮਿਕ ਗ੍ਰੰਥ ਪੜ੍ਹਦੇ ਹਾਂ, ਗੁਰੂਆਂ ਦੀ, ਸੰਤਾਂ, ਮਹਾਪੁਰਸ਼ਾਂ ਦੀ ਐਡੀ ਵੱਡੀ ਵਡਿਆਈ ਕੀਤੀ ਗਈ ਆ, ਇੰਨਾ ਗੁਣਗਾਨ ਕੀਤਾ ਗਿਆ। ਉਹਨਾਂ ਨੇ ਕਦੇ ਵੀ ਸਿਕਿਉਰਟੀ ਗਾਰਡ ਨਹੀਂ ਰੱਖੀ, ਕਦੇ ਉਹਨਾਂ ਨੂੰ ਕਿਸੇ ਦੀ ਲੋੜ ਨਹੀਂ ਪਈ। ਉਹ ਆਪਣਾ ਸਫ਼ਰ ਤੈਅ ਕਰਦੇ ਰਹੇ, ਨਾਮ ਦਾ ਹੁੱਕਾ ਦਿੰਦੇ ਰਹੇ ਕਿ ਬੇਟੇ ਨਾਮ ਜਪੋ, ਬੰਦਗੀ ਕਰੋ, ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ, ਇਹਦੀ ਕਦਰ ਕਰੋ, ਇਹਦੀ ਸੰਭਾਲ ਕਰੋ। ਸੰਸਾਰ ਦੇ ਕੰਮਾਂ ਦੇ ਨਾਲ ਨਾਲ ਆਪਣਾ ਭਜਨ ਸਿਮਰਨ ਦਾ ਵੀ ਕੰਮ ਕਰੋ। ਸੰਸਾਰ ਦੀ ਨਾਮ ਸਿਮਰਨ ਦੀ ਕਮਾਈ ਇਕੱਠੀ ਕਰਨ ਦੇ ਨਾਲ ਨਾਲ, ਸੰਸਾਰ ਦੀ ਕਮਾਈ ਇਕੱਠੀ ਕਰਨ ਦੇ ਨਾਲ ਨਾਲ ਨਾਮ ਸਿਮਰਨ ਦੀ ਕਮਾਈ ਵੀ ਇਕੱਠੀ ਕਰਦੇ ਰਹੋ। ਮੌਤ ਤੋਂ ਡਰਨਾ ਨਹੀਂ ਚਾਹੀਦਾ। ਇੱਕ ਨਾ ਇੱਕ ਦਿਨ ਮੌਤ ਆਣੀ ਆ। ਪਰ ਅੱਜ ਦੇ ਪ੍ਰਚਾਰਕਾਂ ਨੂੰ ਆ ਸਿਕਿਉਰਟੀ ਗਾਰਡ ਦੀ ਲੋੜ ਪੈ ਗਈ। ਜੇ ਉਹਨਾਂ ਨੂੰ ਸਿਕਿਉਰਟੀ ਗਾਰਡ ਦੀ ਲੋੜ ਪੈ ਗਈ, ਅੱਜ ਉਹਨਾਂ ਨੂੰ ਆਪਣੇ ਬੋਡੀਗਾਰਡਾਂ ਦੀ ਜ਼ਰੂਰਤ ਪੈ ਗਈ, ਉਹਨਾਂ ਨੂੰ ਬੰਦੂਕਾਂ ਦੀ ਜ਼ਰੂਰਤ ਪੈ ਗਈ, ਕੀ ਉਹ ਸੱਚ ਦਾ ਪ੍ਰਚਾਰ ਕਰ ਸਕਦੇ ਆ? ਸਮਝੋ, ਜਰਾ ਧਿਆਨ ਨਾਲ ਸਮਝੋ। ਜਿਹੜਾ ਆਪਦੀ ਰੱਖਿਆ ਨਹੀਂ ਕਰ ਸਕਦਾ, ਉਹ ਸਾਡੀ ਕੀ ਕਰੂਗਾ? ਅਸੀਂ ਖੁਦ ਪਰਮਾਤਮਾ ਕਹਿੰਦੇ ਨੇ, ਸੰਤਾ ਮਹਾਂਪੁਰਸ਼ ਕਿੰਨਾ ਕਹਿੰਦੇ ਆ। ਸੱਚ ਦੀ ਪਹਿਚਾਣ ਕਰ ਲਓ। ਤੁਸੀਂ ਪੜ੍ਹੇ ਲਿਖੇ ਇਨਸਾਨ ਹੋ, ਬੁੱਧੀ ਪਰਮਾਤਮਾ ਦਿੱਤੀ ਆ, ਸੋਚਣ ਸਮਝਣ ਦੀ ਸ਼ਕਤੀ ਦਿੱਤੀ ਤੁਹਾਨੂੰ। ਜਿਹੜਾ ਆਪ ਮੌਤ ਤੋਂ ਡਰਦਾ ਪਿਆ, ਤੁਹਾਨੂੰ ਕਿੱਦਾਂ ਬਚਾ ਲਏਗਾ? ਉਹ ਤੁਹਾਨੂੰ ਕਿੱਦਾਂ ਹੋਕਾ ਦੇ ਜਾਏਗਾ? ਦਾਸ ਨੂੰ ਕਿਸੇ ਮਹਿਫਿਲ 'ਚ ਜਾਣ ਦਾ ਮੌਕਾ ਮਿਲਿਆ, ਪ੍ਰੋਗਰਾਮ ਚੱਲਦਾ ਹੀ ਬੜਾ ਵਧੀਆ, ਫਕੀਰ ਆਏ, ਬੜੇ ਅੱਛਾ ਵਧੀਆ ਲੱਗਿਆ। 2 ਫਕੀਰ ਆਏ, ਇੰਨਾ ਵੱਡਾ ਉਹਨਾਂ ਦਾ ਦਰਬਾਰ, ਉਹ ਬੋਡੀਗਾਰਡ ਰੱਖੇ ਹੋਏ ਉਹਨਾਂ ਨੇ। ਮੈਂ ਕਿਹਾ ਸ਼ਾਇਦ 2 ਨੰਬਰ ਦਾ ਕੰਮ ਕਰਦੇ ਆ।
ਜਾਂ ਸ਼ਰਾਬ ਜੂਆ ਖੇਡਦੇ ਆ, ਸ਼ਾਇਦ ਤਾਂ ਬੋਡੀਗਾਰਡ ਰੱਖਿਆ। ਨਹੀਂ ਨਹੀਂ, ਕਹਿੰਦੇ ਇਹ ਤਾਂ ਡੇਰੇ ਦੇ ਮਾਲਕ ਨੇ, ਇਹ ਬਹੁਤ ਉੱਚ ਕੋਟੀ ਦੇ ਫਕੀਰ ਨੇ। ਜੇ ਫਕੀਰ ਨੇ, ਫਕੀਰ ਤਾਂ ਅੱਖ ਦੇ ਇਸ਼ਾਰੇ ਨਾਲ ਬੜਾ ਕੁਝ ਕਰ ਦਿੰਦਾ, ਤੇ ਉਹਨਾਂ ਨੂੰ ਕੀ ਲੋੜ ਲੈ ਕੇ ਬੋਡੀਗਾਰਡ ਰੱਖਣ ਦੀ ਲੋੜ ਪੈ ਗਈ? ਅਸੀਂ ਦੁਨੀਆ ਨੂੰ ਕੀ ਸੰਦੇਸ਼ ਦੇਵਾਂਗੇ? ਆਪਣੀ ਸੰਗਤ ਨੂੰ ਕੀ ਸੰਦੇਸ਼ ਦੇਵਾਂਗੇ? ਫਕੀਰ ਚੱਲਦਾ, ਪਾਣੀ ਚੱਲਦਾ ਵਧੀਆ ਹੀ ਲੱਗਦਾ ਹੈ। ਨਾਮ ਦੇ ਵਿੱਚ ਇੰਨੀ ਤਾਕਤ ਆ, ਸਿਮਰਨ ਦੇ ਵਿੱਚ ਇੰਨੀ ਤਾਕਤ ਆ। ਉਹ ਆਪਣੇ ਭਗਤ ਦੀ ਰੱਖਿਆ ਆਪ ਹੀ ਪ੍ਰਮਾਤਮਾ ਕਰ ਲੈਂਦਾ। ਪਰ ਤੁਹਾਡੀ ਭਗਤੀ, ਤੁਹਾਡਾ ਸਿਮਰਨ ਵਧੀਆ ਹੋਣਾ ਚਾਹੀਦਾ। ਤੁਹਾਡਾ ਰੋਜ਼ ਭਜਨ ਸਿਮਰਨ ਦਾ ਅਭਿਆਸ ਵਧੀਆ ਹੋਣਾ ਚਾਹੀਦਾ। ਤੁਹਾਨੂੰ ਆਪਣੇ ਗੁਰੂ ਤੇ ਭਰੋਸਾ ਚਾਹੀਦਾ, ਗੁਰੂ ਤੇ ਵਿਸ਼ਵਾਸ ਚਾਹੀਦਾ। ਤੁਹਾਡੇ ਤੁਸੀਂ ਸਹੀ ਤਰੀਕੇ ਆਪਣੇ ਰਾਸਤੇ ਚੱਲੋਗੇ ਤਾਂ ਖੁਦਾ ਪ੍ਰਮਾਤਮਾ ਗੁਰੂ ਤੁਹਾਨੂੰ ਬਚਾਵੇਗਾ, ਤੁਹਾਡੀ ਰੱਖਿਆ ਕਰੇਗਾ। ਰੱਖਿਆ ਕੌਣ ਕਰੇਗਾ? ਜਿਹੜਾ ਆਪ ਮੌਤ ਤੋਂ ਪਰੇ ਹੋਵੇ। ਜਿਹਨੂੰ ਆਪ ਡਰ ਲੱਗਦਾ, ਸਾਨੂੰ ਕੀ ਬਚਾਵੇਗਾ? ਸਾਨੂੰ ਕੀ ਸੱਚ ਦਾ ਉਪਦੇਸ਼ ਦੇਵੇਗਾ? ਸਮਝੋ ਜਰਾ ਥੋੜਾ ਜਿਹਾ। ਇਤਿਹਾਸ ਗਵਾਹ ਆ, ਜਿਨ੍ਹਾਂ ਨੇ ਸੱਚ ਦਾ ਹੋਕਾ ਦਿੱਤਾ, ਨਾਮ ਦਾ ਹੋਕਾ ਦਿੱਤਾ, ਉਹਨੂੰ ਕੁਰਬਾਨੀ ਦੇਣੀ ਪੈ ਗਈ। ਮਨਸੂਰ ਬੋਲੇ, ਸੂਲੀ ਚਾੜ ਦਿੱਤਾ ਉਹਨੂੰ। ਐਨਣ ਹੱਕ ਰੋਲਾ ਪਾਇਆ ਸੀ, ਸੱਚ ਬੋਲਿਆ ਸੀ। ਬੁੱਲੇ ਸ਼ਾਹ ਨੇ ਆਪਣੇ ਗੁਰੂ ਨੂੰ ਪਿਆਰ ਕੀਤਾ, ਸੱਚ ਮਗਰ। ਉਹਨੇ ਆਪਣੇ ਕਿਸੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ। ਪੁਰਾਣਾ ਇਤਿਹਾਸ ਪੜ੍ਹ ਕੇ ਦੇਖ ਲਓ, ਕਿਹੜੇ ਫਕੀਰਾਂ ਨੇ ਬੋਡੀਗਾਰਡ ਰੱਖਿਆ, ਕਿਹੜੇ ਫਕੀਰਾਂ ਨੇ ਸਿਕਿਉਰਿਟੀ ਗਾਰਡ ਰੱਖਿਆ, ਕਿਹੜੇ ਸੰਤਾਂ ਮਹਾਂਪੁਰਸ਼ਾਂ ਨੇ ਸਿਕਿਉਰਿਟੀ ਰੱਖੀ ਆ, ਕਿਹੜੇ ਸੰਤਾਂ ਮਹਾਂਪੁਰਸ਼ਾਂ ਨੇ ਬੋਡੀਗਾਰਡ ਰੱਖੇ ਆ। ਅੱਜ ਕੱਲ੍ਹ ਤਾਂ ਸਾਨੂੰ Z+ ਸਿਕਿਉਰਿਟੀ ਦੀ ਲੋੜ ਪੈ ਗਈ। ਅੱਜ ਕਿਤੇ ਨਾ ਕਿਤੇ ਕਮੀ ਆ, ਸਮਝੋ ਥੋੜਾ ਜਿਹਾ। ਵਿਚਾਰ ਕਰਿਆ ਕਰੋ, ਆਪਣੇ ਆਪ ਨੂੰ ਸਮਾਂ ਦਿਓ। ਡਿਗਰੀਆਂ ਇਕੱਠੀ ਕਰੀ ਜਾਂਦੇ ਸੰਸਾਰ ਦੀ, ਤੁਸੀਂ ਪੜ੍ਹਾਈ ਕਰ ਕਰਕੇ ਡਿਗਰੀਆਂ ਇਕੱਠੀ ਕਰੀ ਜਾ ਰਹੇ ਹੋ। ਸੰਸਾਰ ਦਾ ਕਿਤਾਬੀ ਗਿਆਨ ਹੀ ਇਕੱਠਾ ਕਰੀ ਜਾਂਦੇ। ਕਦੇ ਅਨੁਭਵ ਕਰਨ ਦੀ ਕੋਸ਼ਿਸ਼ ਕਰੋ। ਸੰਸਾਰ ਦੀ ਕਮਾਈ ਦੇ ਨਾਲ ਨਾਲ ਅਧਿਆਤਮ ਦੀ ਪੜ੍ਹਾਈ ਤੇ ਵੀ ਸਮਾਂ ਦਿਆ ਕਰੋ। ਪ੍ਰਭੂ ਨੂੰ ਸਮਾਂ ਦਿਓ ਆਪਣਾ। 24 ਘੰਟਾ ਘੱਟੋ ਘੱਟ 2.5-3 ਘੰਟੇ ਤੁਸੀਂ ਰੋਜ਼ ਬੈਠਣ ਲੱਗ ਗਏ, ਤੁਹਾਡਾ ਨਿਯਮ ਪੱਕਾ ਹੋਊਗਾ, ਤੁਸੀਂ ਸੱਚ ਦੀ ਪਹਿਚਾਣ ਕਰ ਸਕਦੇ ਆ। ਗੁਰੂ ਨਾਨਕ ਦੇਵ ਜੀ ਜਦੋਂ ਬੈਠੇ ਸੀ, ਕਹਿੰਦੇ ਰਾਖਸ਼ ਨੇ ਪੱਥਰ ਸਿੱਟਿਆ ਸੀ ਉਹਨਾਂ ਤੇ। ਉਹ ਪੱਥਰ ਸਿੱਟਿਆ, ਉਹਨਾਂ ਪੱਥਰ ਹੀ ਵਿੱਚ ਖੁੱਭ ਗਿਆ ਦਿਲ ਉਹਨਾਂ ਦੀ, ਉਹਨਾਂ ਵਿੱਚ ਕੁਛ ਨਹੀਂ ਹੋਇਆ। ਗੁਰੂ ਨਾਨਕ ਦੇਵ ਜੀ ਨੂੰ ਖੁਦ ਖੁਦਾ ਸੀ। ਤਾਂ ਹੀ ਅਸੀਂ ਉਹਨਾਂ ਨੂੰ ਯਾਦ ਕਰਦੇ, ਮਹਾਂਪੁਰਸ਼ਾਂ ਨੂੰ। ਹੱਥ ਨਾਲ ਹੀ ਵੱਡੇ ਵੱਡੇ ਪਹਾੜ ਰੋਕਤੇ ਉਹਨਾਂ ਨੇ। ਅਸੀਂ ਅਗਿਆਨਤਾ ਦੇ ਅੰਧੇਰੇ ਚੱਲੀ ਜਾ ਰਹੇ ਹਾਂ। ਗਿਆਨ ਦਾ ਕਿਤਾਬੀ ਗਿਆਨ ਤਾਂ ਇਕੱਠਾ ਕਰ ਲਿਆ, ਸੰਸਾਰ ਦਾ ਗਿਆਨ ਤਾਂ ਇਕੱਠਾ ਕਰ ਲਿਆ, ਪਰ ਅਧਿਆਤਮਿਕ ਗਿਆਨ ਨਹੀਂ ਇਕੱਠਾ ਕੀਤਾ। ਆਪਣੇ ਆਪ ਦੀ ਖੋਜ ਨਹੀਂ ਕੀਤੀ, ਆਪਣੇ ਆਪ ਦੀ ਪਹਿਚਾਣ ਨਹੀਂ ਕੀਤੀ। ਅੱਜ ਤਾਂ ਹੀ ਤੁਹਾਡਾ ਸ਼ੋਸ਼ਣ ਹੋ ਰਿਹਾ, ਕਿਉਂਕਿ ਸੱਚ ਤੁਹਾਨੂੰ ਪਸੰਦ ਹੀ ਨਹੀਂ ਹੈਗਾ। ਝੂਠ ਦਾ ਕੋਈ ਮੁੱਲ ਨਹੀਂ ਹੈਗਾ, ਝੂਠ ਫਰੀ ਮਿਲਦਾ, ਲੈ ਲਓ, ਇਕੱਠਾ ਕਰੀ ਜਾ ਰਹੇ। ਚਾਹੇ ਮੰਦਿਰ ਆ, ਚਾਹੇ ਗੁਰਦੁਆਰਾ, ਚਾਹੇ ਮਸਜਿਦ ਆ, ਸੰਗਤ ਸਭ ਦੀ ਇੱਕੋ ਬਰਾਬਰ ਆ। ਬਾਕੀ ਸਭ ਦਾ ਭੀੜ ਆ। ਤੇਰੇ ਨਾਮ ਦੇ ਵਪਾਰੀ ਜਗ ਤੇ ਵਿਰਲੇ ਵਿਰਲੇ, ਤੇਰੇ ਨਾਮ ਦੇ ਵਪਾਰੀ ਜਗ ਤੇ ਵਿਰਲੇ ਵਿਰਲੇ। ਵਾਕਈ ਅੱਜ ਵਿਰਲੇ ਵਿਰਲੇ ਨਾਮ ਦੇ ਵਪਾਰੀ ਆ। ਬਾਕੀ ਤਾਂ ਮਰੀ ਜਾਂਦੇ, ਜੰਮੀ ਜਾਂਦੇ ਆ। ਆਪਣੇ ਆਪ ਦੀ ਅਸੀਂ ਪਹਿਚਾਣ ਨਹੀਂ ਕਰਦੇ, ਆਪਣੇ ਆਪ ਦੀ ਖੋਜ ਨਹੀਂ ਕਰਦੇ, ਗੁਰੂਆਂ ਦਾ ਕਹਿਣਾ ਨਹੀਂ ਮੰਨਦੇ ਅਸੀਂ। ਇਸ ਕਰਕੇ ਅੱਜ ਦੁਖੀ ਹੋ ਤੁਸੀਂ। ਉਹ ਤੁਹਾਡਾ ਲੋਕ ਸ਼ੋਸ਼ਣ ਕਰਦੇ ਆ, ਫਿਰ ਤੁਸੀਂ ਹਾਏ ਹਾਏ ਕਰਦੇ ਆ। ਸਭ ਤੋਂ ਵੱਡੇ ਗੁਨਾਹਗਾਰ ਤੁਸੀਂ ਹੋ,
ਕਿਉਂ ਤੁਸੀਂ ਭਗਤੀ ਨਹੀਂ ਕਰਦੇ, ਨਾਮ ਸਿਮਰਨ ਦੀ ਕਮਾਈ ਨਹੀਂ ਇਕੱਠੀ ਕਰਦੇ, ਬਾਹਰ ਦੇ ਕਰਮ ਕਾਂਡ ਕਰੀ ਜਾਂਦੇ। ਅੰਦਰ ਆ ਜਾਓ, ਅੰਦਰ ਅੰਦਰ ਆ ਜਾਓ। ਇੱਥੇ ਇੱਥੇ ਪ੍ਰਮਾਤਮਾ ਬੈਠਾ ਆ। ਤੁਸੀਂ ਭਗਤੀ ਦੇ ਵਿੱਚ, ਸਿਮਰਨ ਦੇ ਵਿੱਚ ਉਦੋਂ ਕਾਮਯਾਬ ਹੋਵੋਗੇ, ਉਦੋਂ ਤੁਸੀਂ ਸਫਲ ਹੋਵੋਗੇ ਜਦੋਂ ਤੁਹਾਡੇ ਅੰਤਰ ਦੇ ਵਿੱਚ ਪ੍ਰਕਾਸ਼ ਜਗਮਗ ਕਰਨ ਲੱਗ ਗਿਆ, ਉਦੋਂ ਤੁਸੀਂ ਸਫਲ ਹੋਵੋਗੇ। ਕਿਸੇ ਸੰਗਤ ਨਾਲ ਗੱਲ ਹੋਈ, ਕਹਿੰਦੇ ਮੇਰੀ ਮਾਤਾ ਬਹੁਤ ਭਗਤੀ ਕਰਦੀ ਆ, ਹਰ ਟਾਈਮ ਸਵੇਰੇ ਜੋਤ ਬੱਤੀ ਤੜਕੇ ਉੱਠ ਕੇ ਕਰਦੀ ਆ, ਧੂਪ ਬੱਤੀ ਕਰਦੀ ਆ, ਫਿਰ ਪਾਠ ਕਰਦੀ ਆ। ਇਦਾਂ ਬੜੀ ਵਡਿਆਈ ਕੀਤੀ ਕਿ ਉਹ ਬਹੁਤ ਸਿਮਰਨ ਕਰਦੀ ਹੈ, ਬਹੁਤ ਭਗਤੀ ਕਰਦੀ ਆ। ਅਸੀਂ ਇੱਕ ਛੋਟਾ ਜਿਹਾ ਸਵਾਲ ਕੀਤਾ ਉਸ ਨੂੰ ਕਿ ਤੇਰੀ ਮਾਤਾ ਕਦੇ ਅੰਦਰ ਗਈ ਆ? ਬਸ ਇਹਨਾਂ ਗੱਲ ਦਾ ਜਵਾਬ ਪੁੱਛੀ। ਕਦੇ ਉਸਨੇ ਇਦਾਂ ਦੇਖਿਆ ਕਦੇ ਕੁਛ? ਤਾਂ ਉਸਨੇ ਜਦੋਂ ਆਪਣੀ ਮਾਤਾ ਨੂੰ ਪੁੱਛਿਆ ਕਿ ਮਾਤਾ ਤੂੰ ਕਦੇ ਆਪਣੇ ਅੰਦਰ ਗਈ ਆ? ਕਹਿੰਦੀ ਉਹ ਕਿੱਦਾਂ ਚਾਹੀਦਾ? ਬੜੀ ਹੈਰਾਨ ਹੋ ਕੇ ਬੋਲੀ, ਕਹਿੰਦੀ ਅੰਦਰ ਕਿੱਦਾਂ ਚਾਹੀਦਾ? ਅੰਦਰ ਕਿੱਦਾਂ ਪ੍ਰਕਾਸ਼ ਹੁੰਦਾ? ਕਹਿੰਦੀ ਮੈਂ ਤਾਂ ਅੱਜ ਤੱਕ ਨਹੀਂ ਦੇਖਿਆ। ਕਿਉਂਕਿ ਅਸੀਂ ਉਸ ਬਾਰੇ ਹੋਕਾ ਦਿੱਤਾ ਹੀ ਨਹੀਂ। ਅਸੀਂ ਗੁਰੂ ਦੇ ਬਚਨਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਦੇ ਸਾਨੂੰ ਜੋ ਅਨਮੋਲ ਰਤਨ ਗ੍ਰੰਥ ਦਿੱਤੇ ਆ, ਅਸੀਂ ਸਿਰਫ ਪੜ੍ਹਨ ਤੱਕ ਹੀ ਮਤਲਬ ਰੱਖਿਆ, ਉਹਦੀ ਗਹਿਰਾਈ ਵਿੱਚ ਜਾ ਕੇ ਨਹੀਂ ਦੇਖਿਆ ਕਿ ਉਹਨਾਂ ਦਾ ਮਤਲਬ ਕੀ ਆ। ਅਨੁਭਵ ਕਰਕੇ ਨਹੀਂ ਦੇਖਿਆ, ਪ੍ਰੈਕਟੀਕਲ ਕਰਕੇ ਨਹੀਂ ਦੇਖਿਆ। ਕਈਆਂ ਨੂੰ 50-50, 60-60 ਸਾਲ ਦੀ ਉਮਰ ਹੋ ਗਈ, ਕਈ ਨੂੰ ਅਜੇ ਤੱਕ ਇਹੀ ਨਹੀਂ ਪਤਾ ਕਿ ਸਿਮਰਨ ਕਿੱਦਾਂ ਕਰੀਦਾ। ਸਿਮਰਨ ਕਹਿੰਦੇ ਕਿਹਨੂੰ ਆ? ਬਸ ਗੁਰੂ ਦੇ ਕੋਲ ਗਏ, ਮੱਥਾ ਟੇਕਿਆ, ਚਲੋ ਹੀ ਕਰਿਆ ਆਪਾਂ ਨੇ, ਬਸ ਗੁਰੂ ਬਣਾ ਲਿਆ ਜੀ। ਬਸ ਨਾਮ ਦਾ ਹੀ ਗੁਰੂ ਬਣਾ ਲਿਆ। ਬਸ ਗੁਰੂ ਦਾ ਕਹਿਣਾ ਨਹੀਂ ਮੰਨਿਆ, ਗੁਰੂ ਦੇ ਹੁਕਮ ਅਨੁਸਾਰ ਬੰਦਗੀ ਨਹੀਂ ਕੀਤੀ। ਇੰਨਾ ਪ੍ਰਚਾਰ ਹੋ ਰਿਹਾ ਸਾਡੇ, ਇੰਨੀ ਕਥਾ ਸੁਣਾਈ ਜਾਂਦੀ ਆ, ਪਰ ਅੰਦਰ ਦੀ ਗੱਲ ਤਾਂ ਕੋਈ ਕਰਦਾ ਹੀ ਨਹੀਂ ਹੈਗਾ। ਨਾਮ ਵੀ ਵਿਕਣ ਲੱਗ ਗਿਆ ਅੱਜ ਕੱਲ੍ਹ। ਸਾਡੇ ਪੰਜਾਬ 'ਚ ਬੜਾ ਕੁਝ ਹੋ ਰਿਹਾ। ਇਸ ਨੂੰ ਗੁਰੂ ਬਣਾਉਣਾ ਹੋਵੇ, ਸੰਗਤ ਮਿਲਦੀ ਆ, ਬਾਬਾ ਜੀ ਮੈਂ ਫਲਾਣੇ ਨੂੰ ਗੁਰੂ ਬਣਾਉਣ ਗਿਆ ਸੀ, ਮੈਨੂੰ ਕਹਿੰਦਾ 50,000 ਰੁਪਏ ਲੱਗਣਾ, ਨਾਲੇ ਕੱਪੜਾ ਨਾਲੇ ਛਾਪ। ਦੱਸੋ, ਜੇ ਪੈਸੇ ਨਾਲ ਹੀ ਪ੍ਰਮਾਤਮਾ ਮਿਲਦਾ, ਪੈਸੇ ਨਾਲ ਹੀ ਗੁਰੂ ਮਿਲਦਾ, ਤਾਂ ਗਰੀਬ ਬੰਦਾ ਕੀ ਕਰੂੰਗਾ? ਦਿਹਾੜੀਦਾਰ ਬੰਦਾ ਕੀ ਕਰੂੰਗਾ? ਪ੍ਰਭੂ ਦੇ ਨਾਮ ਨੂੰ ਵੀ ਅਸੀਂ ਪੈਸੇ ਦਾ ਮੁੱਲ ਲਾਤਾ, ਵੇਚਣ ਲੱਗੇ, ਜਿਹਦੀ ਕੋਈ ਕੀਮਤ ਹੀ ਹੈ ਨਹੀਂ। ਨਾ ਹੀ ਉਹ ਨਾਮ ਦੀ ਕੀਮਤ ਕੋਈ ਦੇ ਸਕਦਾ ਹੈ, ਨਾਮ ਦਾ ਕੋਈ ਮੁੱਲ ਦੇ ਸਕਦਾ। ਇਹ ਸਾਡਾ ਸ਼ੋਸ਼ਣ ਹੋ ਰਿਹਾ, ਇਹ ਅਸੀਂ ਆਪਣੇ ਆਪ ਆ, ਕਿਉਂਕਿ ਇਹਦੇ ਕਸੂਰਵਾਰ ਅਸੀਂ ਆਪ ਹੀ ਹਾਂ। ਅਸੀਂ ਰੋਜ਼ ਅਭਿਆਸ ਨਹੀਂ ਕਰਦੇ, ਨਾਮ ਸਿਮਰਨ ਦੀ ਕਮਾਈ ਨਹੀਂ ਕਰਦੇ। ਲੋਕ ਸ਼ੋਸ਼ਣ ਕਰਦੇ ਆ, ਜਦੋਂ ਸਾਨੂੰ ਲੁੱਟ ਲੈਂਦੇ ਆ, ਫਿਰ ਅਸੀਂ ਹਾਏ ਹਾਏ ਕਰਦੇ ਆ, ਦੁਹਾਈਆਂ ਦਿੰਦੇ ਆ ਕਿ ਫਲਾਣਾ ਬਹੁਤ ਮਾੜਾ ਆ, ਫਲਾਣਾ ਬਹੁਤ ਮਾੜਾ ਹੈ। ਗਲਤੀਆਂ ਤਾਂ ਆਪ ਦੀਆਂ। ਤੁਸੀਂ ਗੁਰੂ ਨੂੰ, ਸੰਤ ਮਹਾਂਪੁਰਖ ਪਹਿਚਾਨਣ ਦੀ ਕੋਸ਼ਿਸ਼ ਨਹੀਂ ਕੀਤੀ, ਫਕੀਰਾਂ ਨੂੰ ਪਹਿਚਾਨਣ ਦੀ ਕੋਸ਼ਿਸ਼ ਨਹੀਂ ਕੀਤੀ। ਭੇਡ ਚਾਲ ਵਾਂਗੂ ਭੱਜੀ ਜਾ ਰਹੇ ਹੋ। ਅੱਜ ਸਮਾਂ ਇਦਾਂ ਦਾ, ਹਰ ਇਨਸਾਨ ਪੜ੍ਹਿਆ ਲਿਖਿਆ, ਕੰਪਿਊਟਰ ਦਾ ਯੁੱਗ ਆ, ਹਰ ਇਨਸਾਨ ਪੜ੍ਹਦਾ ਪਿਆ, ਹਰ ਇਨਸਾਨ ਡਿਗਰੀਆਂ ਲਈ ਜਾ ਰਿਹਾ, ਪਰ ਕਿਤਾਬੀ ਗਿਆਨ ਇਕੱਠਾ ਕਰ ਲਿਆ। ਉਹ ਯੰਤਰੀਆਂ ਤੇ ਧਾਗਿਆਂ ਤੇ ਵਿੱਤਾਂ ਤੇ ਵਿਸ਼ਵਾਸ ਕਰਨ ਲੱਗੇ ਪੜ੍ਹ ਲਿਖ ਕੇ। ਅੱਜ ਪ੍ਰਚਾਰ ਕਰਦੇ ਆ। ਦੇਖੋ, ਸੱਚ ਦਾ ਪ੍ਰਚਾਰ ਕਰਨ ਲਈ ਅੱਜ ਸਾਨੂੰ ਬੋਡੀਗਾਰਡਾਂ ਦੀ ਜ਼ਰੂਰਤ ਪੈ ਗਈ। ਅਸੀਂ ਕੀ ਸੱਚ ਦਾ ਪ੍ਰਚਾਰ ਕਰਾਂਗੇ? ਕੀ ਦੂਸਰਿਆਂ ਨੂੰ ਸੰਦੇਸ਼ ਦੇਵਾਂਗੇ? ਬੜੀ ਵੱਡੀ ਗੱਲ ਆ, ਇਹ ਸਮਝੋ ਜਰਾ ਛੋਟੀ ਜੀ। ਜਿਹੜਾ ਆਪਣੀ ਰੱਖਿਆ ਨਹੀਂ ਕਰ ਸਕਦਾ, ਸਾਡੀ ਕੀ ਕਰੂਗਾ? ਪੁਰ ਮਹਾਂਪੁਰਸ਼ਾਂ ਨੂੰ, ਸੰਤਾਂ ਨੂੰ, ਫਕੀਰਾਂ ਨੂੰ ਕਦੇ ਕਿਸੇ ਦੀ ਲੋੜ ਨਹੀਂ ਪੈਂਦੀ। ਉਹ ਇਕੱਲੇ ਤੁਰੇ ਫਿਰਦੇ ਆ, ਦਿਨ ਆ ਚਾਹੇ ਰਾਤ ਆ, ਚਾਹੇ ਜੰਗਲ ਚਾਹੇ ਕਿਤੇ ਵੀ ਆ, ਉਹਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਪੈਂਦੀ। ਪੂਰਨ ਸੰਤ ਮਹਾਂਪੁਰਸ਼ਾਂ ਫਕੀਰਾਂ ਨੂੰ ਇਹ ਗੱਲ ਹਮੇਸ਼ਾ ਯਾਦ ਰੱਖੋ। ਇਤਿਹਾਸ ਪੜ੍ਹ ਕੇ ਦੇਖੋ, ਇਤਿਹਾਸ ਗਵਾਹ ਆ। ਅਸੀਂ ਪਤਾ ਨਹੀਂ ਕਿਹੜੀ ਦਿਖਾਵੇਬਾਜ਼ੀ ਕਰੀ ਜਾ ਰਹੇ ਹਾਂ।
ਪਰਮਾਤਮਾ ਉਹਲੇ ਦੇ ਵਿੱਚ ਆ, ਪਰਮਾਤਮਾ ਪਰਦੇ ਦੇ ਵਿੱਚ ਆ। ਇਹ ਦੁਨੀਆ ਤਾਂ ਪਰਮਾਤਮਾ ਉਹਨਾਂ ਨੇ ਵੇਚ ਕੇ ਵੀ ਖਾ ਜਾਣਾ ਸੀ, ਤਾਂ ਹੀ ਉਹ ਪਰਦੇ ਦੇ ਵਿੱਚ ਆ। ਅਸੀਂ ਪੜ੍ਹਨ ਦਾ ਕੀ ਮਤਲਬ ਰੱਖਿਆ? 5 ਵਾਰ ਪਾਠ ਕਰ ਲਿਆ, 10 ਵਾਰ ਪਾਠ ਕਰ ਲਿਆ ਜੀ, ਆ 40 ਦਿਨ ਪਾਠ ਕਰ ਲਿਆ ਜੀ, ਬਾਕੀ 41 ਦਿਨ ਕੀ ਕਰੋਗੇ? 42ਵੇਂ ਦਿਨ ਕੀ ਪਾਠ ਕਰਨਾ ਛੱਡ ਦੋਗੇ? 40 ਦਿਨ ਆ ਸੁੱਖ ਲਿਆ ਜੀ, ਸੁਖਣਾ ਪੂਰੀ ਹੋ ਗਈ, ਠੀਕ ਹੈ, ਨਹੀਂ ਪੂਰੀ ਚੱਲ ਦੂਜੇ ਪਾਸੇ, ਚੱਲ ਤੀਜੇ ਪਾਸੇ। ਇੱਕ ਦਰ ਤੇ ਕੁਝ ਮਿਲਿਆ ਨਹੀਂ, ਚੱਲ ਦੂਜੇ ਦਰ ਤੇ। ਇੱਕ ਪਾਠ ਨਾਲ ਕੁਝ ਨਹੀਂ ਹੈ, ਦੂਜਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਦੂਜੇ ਪਾਠ ਨਾਲ ਕੁਝ ਨਹੀਂ ਬਣਿਆ, ਤੀਜਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਇੱਕ ਕਲਾਮ ਨਾਲ ਕੁਝ ਨਹੀਂ ਬਣਿਆ, ਦੂਜੀ ਕਲਾਮ ਪੜ੍ਹਨੀ ਸ਼ੁਰੂ ਕਰਤੀ। ਇੱਕ ਮੰਤਰ ਨਾਲ ਕੁਝ ਨਹੀਂ ਬਣਿਆ, ਦੂਜਾ ਮੰਤਰ ਪੜ੍ਹਨਾ ਸ਼ੁਰੂ ਕਰ ਦਿੱਤਾ। ਇੱਕ ਦੇਵੀ ਦੇਵਤੇ ਨੇ ਕੁਝ ਨਹੀਂ ਕੀਤਾ, ਦੂਜੇ ਦੇਵੀ ਦੇਵਤੇ ਲੱਗ ਗਏ ਪੂਜਾ ਪਾਠ ਕਰਨ ਲੱਗ ਗਏ, ਦੂਜੇ ਛੱਡ ਕੇ ਤੀਜੇ ਦੀ ਕਰਨ ਲੱਗ ਗਏ। ਅਸੀਂ ਤਾਂ ਧਾਰਮਿਕ ਸਥਾਨਾਂ ਨੂੰ ਆਪਣੇ ਜ਼ਰੂਰਤਾਂ ਦੇ ਅੱਡੇ ਬਣਾ ਲਿਆ। ਜਿੰਨੇ ਸੰਸਾਰ ਧਾਰਮਿਕ ਸਥਾਨ ਨੇ, ਤੁਹਾਡੀ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਨਹੀਂ ਹੈਗੇ, ਤੁਹਾਨੂੰ ਧੀਆਂ ਪੁੱਤਰ ਦੇਣ ਵਾਸਤੇ ਨਹੀਂ ਹੈਗੇ, ਤੁਹਾਨੂੰ ਦੁੱਖ ਦੇਣ ਵਾਸਤੇ ਨਹੀਂ ਹੈਗੇ, ਤੁਹਾਨੂੰ ਗੱਡੀਆਂ ਕਾਰਾਂ ਦੇਣ ਵਾਸਤੇ ਨਹੀਂ ਹੈਗੇ। ਇਹ ਤਾਂ ਧਾਰਮਿਕ ਸਥਾਨ ਬਣੇ ਸੀ ਕਿ ਤੁਹਾਨੂੰ ਨਾਮ ਦੇ ਨਾਲ ਜੋੜ ਸਕੀਏ, ਤੁਹਾਨੂੰ ਭਜਨ ਸਿਮਰਨ ਕਰਾ ਸਕੀਏ, ਤੁਹਾਨੂੰ ਉਸ ਪ੍ਰਮਾਤਮਾ ਨਾਲ ਜੋੜ ਸਕੀਏ। ਪਰ ਇਹ ਦੁਕਾਨਦਾਰੀਆਂ ਬਣ ਚੁੱਕੀਆਂ ਅੱਜ। ਤੇਰੇ ਨਾਮ ਦੀ ਮਹਿਮਾ ਵੀ ਰੋਜ਼ਗਾਰ ਦਾ ਧੰਦਾ ਬਣ ਚੁੱਕਿਆ, ਉਹਦੇ ਨਾਮ ਦਾ ਵੀ। ਇਹ ਇਨਸਾਨ ਆਪਣੇ ਆਪ ਨੂੰ ਜਾਣ, ਆਪਣੇ ਆਪ ਨੂੰ ਪਹਿਚਾਨ, ਇਸ ਜੀਵਨ ਦੀ ਕਦਰ ਕਰ ਲਾ। 84 ਲੱਖ ਜੋਨੀਆਂ ਤੋਂ ਬਾਅਦ ਇਹ ਸਰੀਰ ਮਿਲਿਆ ਸਾਨੂੰ। ਸਰੀਰ ਇਹ ਜਿਹੜਾ ਬਾਦਸ਼ਾਹ ਹੁੰਦਾ, ਉਹ ਬਾਦਸ਼ਾਹ ਦੀ ਭਗਤੀ ਕਰਦਾ ਆ, ਉਹ ਸਿਪਾਹੀਆਂ ਦੀ ਭਗਤੀ ਨਹੀਂ ਕਰਦਾ। ਜਿਹਦੀ SSP ਨਾ ਜਾਰੀ ਹੋਵੇ, ਉਹ ASI ਉਸ ਨੂੰ ਕੁਝ ਨਹੀਂ ਕਰਦਾ, ਸਿਪਾਹੀਆਂ ਦੀ ਭਗਤੀ ਨਹੀਂ ਕਰਦਾ, ਸਿਪਾਹੀਆਂ ਨੂੰ ਨਹੀਂ ਬੁਲਾਉਂਦਾ, ਸਿੱਧੀ ਗੱਲ ਕਰਦਾ। ਤੁਸੀਂ ਸ੍ਰਿਸ਼ਟੀ ਦੇ ਮਾਲਕ ਹੋਗੇ, 84 ਲੱਖ ਜੋਨੀਆਂ ਦੇ ਸਰਦਾਰ ਹੋ ਕੇ ਮਾਲਕ ਹੋ ਗਏ। ਤੁਸੀਂ ਦਰਖਤਾਂ ਦੀ ਪੂਜਾ ਕਰੀ ਜਾ ਰਹੇ ਹੋ, ਨੀਚੀ ਜੁਨੀਆਂ ਦੀ ਪੂਜਾ ਕਰੀ ਜਾ ਰਹੇ ਹੋ। 84 ਲੱਖ ਜੋਨੀਆਂ ਤੋਂ ਪਹਿਲੀ ਜੁਨੀ ਦਰਖਤ ਦੀ ਜੁਨੀ ਆ। ਹਜ਼ਾਰਾਂ ਸਾਲ ਲੱਗ ਜਾਂਦੇ ਇੱਕ ਜੁਨੀ ਦੇ ਵਿੱਚ, ਫੇਰ ਕੀੜੇ ਮਕੌੜੇ ਬਣਦੇ ਆ। ਸਾਨੂੰ ਪ੍ਰਮਾਤਮਾ ਨੇ ਮਾਲਕ ਬਣਾ ਕੇ ਭੇਜਿਆ, ਪਰ ਅਸੀਂ ਦਰਖਤਾਂ ਦੀ ਪੂਜਾ ਕਰੀ ਜਾ ਰਹੇ ਹਾਂ। ਉਹ ਤਰਸਦੇ ਸਾਨੂੰ ਇਹ ਜੀਵਨ ਮਿਲੇ, ਸਾਨੂੰ ਇਨਸਾਨੀ ਜਾਮਾ ਮਿਲੇ, ਅਸੀਂ ਭਗਤੀ ਕਰ ਸਕੀਏ, ਪਰ ਦਰਖਤ ਦੀ ਜੁਨੀ ਮਿਲ ਗਈ, ਸਾਰੇ ਜ਼ਿੰਦਗੀ ਪਰ ਕਿੰਨੇ ਹਜ਼ਾਰਾਂ ਸਾਲ ਲੱਗ ਜਾਣੇ। ਅਸੀਂ ਐਡੇ ਵੱਡੇ ਹੋ ਕੇ ਉਹ ਦਰਖਤਾਂ ਦੀ ਪੂਜਾ ਕਰੀ ਜਾ ਰਹੇ ਹਾਂ। ਸਮਝੋ ਜਰਾ, ਸਮਝੋ। 84 ਲੱਖ ਜੋਨੀਆਂ ਦਾ ਸਾਨੂੰ ਸਰਦਾਰ ਬਣਾਇਆ ਪ੍ਰਮਾਤਮਾ ਨੇ, ਮਾਲਕ ਬਣਾਇਆ। ਅਸੀਂ ਆਪਣੇ ਨੀਚੇ ਦੀ ਕਿੱਦਾਂ ਬੰਦਗੀ ਕਰ ਸਕਦੇ ਹਾਂ? ਕਿੱਦਾਂ ਭਗਤੀ ਕਰ ਸਕਦੇ ਹਾਂ? ਜਿਹੜੇ ਆਪ ਆਪਣੀ ਮੁਕਤੀ ਨਹੀਂ ਕਰ ਸਕਦੇ, ਸਾਡੀ ਮੁਕਤੀ ਕੀ ਕਰੋਗੇ? ਪਹਿਲਾ ਸਮਾਂ ਵਧੀਆ ਸੀ, ਗੁਰੂਕੁਲ ਹੁੰਦੇ ਸੀ, ਸੰਗਤ ਜਾਂਦੀ ਸੀ, ਆਪਣੇ 25 ਸਾਲ ਗ੍ਰਹਿਸਥ ਆਸ਼ਰਮ ਆਪਣਾ ਬਤੀਤ ਬ੍ਰਹਮਚਾਰੀ ਆਸ਼ਰਮ ਬਤੀਤ ਕਰਦੇ ਸੀ, 25 ਸਾਲ ਗ੍ਰਹਿਸਥ ਆਸ਼ਰਮ ਬਤੀਤ ਕਰਦੇ ਸੀ, ਫਿਰ ਉਸ ਤੋਂ ਬਾਅਦ ਬਾਨਪ੍ਰਸਥ ਚਲੇ ਜਾਂਦੇ ਸੀ, ਫਿਰ ਸੰਨਿਆਸ ਆਸ਼ਰਮ ਚਲੇ ਜਾਂਦੇ ਸੀ। 100 ਸਾਲ ਦੀ ਜ਼ਿੰਦਗੀ ਤੁਸੀਂ ਆਪਣੇ ਆਪ 25 ਸਾਲ 'ਚ ਵੰਡਿਆ ਹੋਇਆ ਸੀ। ਪਰ ਅੱਜ ਨਾ ਉਹ ਗੁਰੂਕੁਲ ਰਹੇ, ਨਾ ਉਹਦਾ ਦੇ ਆਚਾਰਯ ਰਹੇ, ਨਾ ਉਹਦਾ ਦੇ ਟੀਚਰ ਰਹੇ। ਪਹਿਲਾਂ ਜਿਹੜੀ ਅਧਿਆਤਮਿਕ ਕਮਾਈ ਸੀ, ਗੁਰੂਕੁਲ ਹੁੰਦੇ ਸੀ, ਜਿੱਥੇ ਪੜ੍ਹਾਇਆ ਜਾਂਦਾ ਸੀ, ਫ੍ਰੀ ਹੁੰਦੇ ਸੀ। ਅੱਜ ਪੜ੍ਹਾਈ ਸਾਨੂੰ ਮੁੱਲ ਵਿਕਣ ਲੱਗ ਗਈ। ਅੱਜ ਸਕੂਲ ਦੀ ਫੀਸ ਦੇ ਦਿਓ ਤਾਂ ਠੀਕ ਆ, ਨਹੀਂ ਦਿੱਤੀ ਤੇ ਸਕੂਲੋਂ ਨਾ ਕੱਟ ਦਿੰਦੇ ਆ। ਵਿਦਿਆ ਵਿਕਣ ਲੱਗ ਗਈ, ਤਾਂ ਹੀ ਅਸੀਂ ਸੱਚ ਦੀ ਪਹਿਚਾਣ ਨਹੀਂ ਕਰ ਪਾ ਰਹੇ, ਪ੍ਰਭੂ ਦੇ ਨਾਲ ਸੰਗਤਾਂ ਨੂੰ ਜੋੜ ਨਹੀਂ ਪਾ ਰਹੇ, ਇਨਸਾਨ ਨੂੰ ਪ੍ਰਮਾਤਮਾ ਨਾਲ ਜੋੜ ਨਹੀਂ ਪਾ ਰਹੇ। ਜੇ ਸੱਚ ਦਾ ਪਤਾ ਲੱਗ ਗਿਆ, ਇਹਨਾਂ ਲੋਕਾਂ ਦੀ ਦੁਕਾਨਦਾਰੀਆਂ ਬੰਦ ਹੋ ਜਾਣੀਆਂ। ਅੱਜ ਸਾਨੂੰ ਹਰ ਸ਼ਹਿਰ ਦੇ ਵਿੱਚ, ਹਰ ਮਹੱਲੇ ਵਿੱਚ ਗੁਰੂਕੁਲ ਹੋਣੇ ਚਾਹੀਦੇ ਆ, ਫ੍ਰੀ ਪੜ੍ਹਾਈ ਹੋਣੀ ਚਾਹੀਦੀ ਆ। +2 ਤੱਕ ਫ੍ਰੀ ਪੜ੍ਹਾਈ ਕਰ ਦਿਓ। ਉਹ ਸੰਸਾਰ ਦੀ ਪੜ੍ਹਾਈ ਦੇ ਨਾਲ ਨਾਲ 2 ਘੰਟੇ ਅਧਿਆਤਮਿਕ ਪੜ੍ਹਾਈ ਵੀ ਕਰਾਓ। ਅਧਿਆਤਮਿਕ ਪੜ੍ਹਾਈ ਵੀ ਕਰਾਓ। ਜਿੱਥੇ ਵਿਦਿਆ ਹੀ ਵਿਕਣ ਲੱਗ ਗਏ, ਉਸ ਦੇਸ਼ ਦਾ ਹਾਲ ਕੀ ਹੋ ਸਕਦਾ? ਲੋਕਡਾਊਨ ਦੇ ਵਿੱਚ ਬਿਨਾਂ ਪੜ੍ਹਾਈ ਕੀਤੇ, ਬਿਨਾਂ ਬੱਚੇ ਸਕੂਲ ਕੀਤੇ ਗਏ,
ਬੱਚੇ ਸਕੂਲ ਨਹੀਂ ਗਏ, ਬੱਚਿਆਂ ਨੂੰ ਆਨਲਾਈਨ ਪੜ੍ਹਾਈਆਂ ਨਹੀਂ ਕਰਾਈਆਂ, ਪਰ ਫਿਰ ਵੀ ਫੀਸਾਂ ਦੇਣੀਆਂ ਪਈਆਂ। ਇਹੋ ਜਿਹੇ ਦੇਸ਼ ਦੇ ਵਿੱਚੋਂ, ਇਹੋ ਜਿਹੇ ਸਮਾਜ ਦੇ ਵਿੱਚੋਂ ਤੁਸੀਂ ਕੀ ਇਨਸਾਫ ਦੀ ਮੰਗ ਸਕਦੇ ਹੋ? ਕੀ ਇਹ ਬੱਚਿਆਂ ਨੂੰ ਆਪਣੇ ਪੜ੍ਹਾ ਸਕਦੇ ਹੋ? ਠੀਕ ਆ, ਤੁਸੀਂ ਪੜ੍ਹ ਲਿਖ ਕੇ ਡਿਗਰੀਆਂ ਵੱਡੇ ਵੱਡੇ ਲੈ ਲਈਆਂ, ਪਰ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਤਾਂ ਕਰੋ। ਧਾਗੇ ਤਵੀਤਾ ਤੱਕ ਹੀ ਸੀਮਤ ਰਹਿ ਗਏ ਤੁਸੀਂ। ਇੰਨੇ ਵੱਡੇ ਵੱਡੇ ਪੜ੍ਹ ਲਿਖ ਕੇ ਕੀ ਆ ਨਗ ਪਾਣਾ ਤਾਂ ਤੁਹਾਡੀ ਕਿਸਮਤ ਬਦਲਣੀ ਆ, ਆ ਪੰਨਾ ਪਾਣਾ ਤਾਂ ਏਦਾਂ ਕੁਝ ਹੋਣਾ। ਜਾਦੂ ਟੂਣੇ ਕਰੀ ਜਾਓ, ਸ਼ਾਇਦ ਸਾਡਾ ਘਰ ਸੁੱਖ ਹੋ ਜਾਵੇ। ਇਹ ਪੜ੍ਹ ਲਿਖ ਕੇ ਸਿੱਖਿਆ ਤੁਸੀਂ। ਇਹ ਕਰਮ ਭੂਮੀ ਆ, ਮਿਹਨਤ ਕਰੋ। ਕਰਮ ਪ੍ਰਮਾਤਮਾ ਨੇ ਹੱਥ ਦਿੱਤੇ ਤੁਹਾਨੂੰ ਕਰਮ ਕਰਨ ਵਾਸਤੇ। ਆਪਣੇ ਅੱਛੇ ਕਰਮ ਕਰੋ, ਸਾਰਿਆਂ ਨਾਲ ਪ੍ਰੇਮ ਕਰੋ, ਔਰ ਆਪਣੇ ਆਪ ਦੀ ਖੋਜ ਕਰੋ। 2.5-3 ਘੰਟੇ ਰੋਜ਼ ਪ੍ਰਮਾਤਮਾ ਨੂੰ ਦੇ ਦਿਓ। 21 ਘੰਟੇ ਬਹੁਤ ਆ ਤੁਹਾਡੇ ਸੰਸਾਰ ਦੇ ਕੰਮਾਂ ਧੰਦਾ ਲਈ, ਰੋਣ ਧੋਣ ਲਈ, ਸੌਣ ਲਈ। 21 ਘੰਟੇ ਬਹੁਤ ਨੇ। ਜੇ 21 ਘੰਟੇ ਤੁਹਾਡਾ ਕੁਝ ਨਹੀਂ ਬਣਿਆ ਤੇ 3 ਘੰਟੇ ਹੋਰ ਕਰ ਲਓਗੇ ਤਾਂ ਵੀ ਕੁਝ ਨਹੀਂ ਬਣਨਾ। ਜੇ ਮਿਹਨਤ ਦੀ ਗੱਲ ਕਰਦੇ ਆ ਤਾਂ ਮਜ਼ਦੂਰ ਸਭ ਤੋਂ ਜ਼ਿਆਦਾ ਮਿਹਨਤ ਕਰਦਾ, ਰਿਕਸ਼ਾ ਚਲਾਉਣ ਵਾਲਾ ਸਭ ਤੋਂ ਜ਼ਿਆਦਾ ਮਿਹਨਤ ਕਰਦਾ, ਖੇਤਾਂ 'ਚ ਕੰਮ ਕਰਨ ਵਾਲੇ ਸਭ ਤੋਂ ਜ਼ਿਆਦਾ ਮਿਹਨਤ ਕਰਦੇ ਆ। ਉਹ ਨਹੀਂ ਟਾਟਾ ਬਿਰਲਾ ਬਣ ਗਏ। ਇਹ ਸਮਝਣ ਦੀ ਕੋਸ਼ਿਸ਼ ਕਰੋ। ਜੋ ਸਾਡੇ ਕਰਮ ਨੇ ਪਿਛਲੇ ਜਨਮ ਕੀਤੇ ਨੇ, ਉਹਦੇ ਹਿਸਾਬ ਨਾਲ ਸਾਨੂੰ ਸਰੀਰ ਮਿਲਿਆ। ਇਹ ਸਾਨੂੰ ਕਿੱਥੇ ਮਿਲਣਾ, ਕਦੋਂ ਮਿਲਣਾ, ਕਿੰਨਾ ਮਿਲਣਾ, ਕਿੱਦਾਂ ਮਿਲਣਾ, ਸਭ ਪਹਿਲਾਂ ਲਿਖਿਆ ਗਿਆ। ਅਸੀਂ ਉਹਦਾ ਭੁਗਤਾਨ ਕਰਦੇ ਪਏ ਹਾਂ। ਨਾਲ ਨਾਲ ਅਸੀਂ ਨਵੇਂ ਕਰਮ ਵੀ ਤਿਆਰ ਕਰੀ ਜਾ ਰਹੇ ਹਾਂ। ਅੱਜ ਤੁਸੀਂ ਦੁਖੀ ਹੋ ਤਾਂ ਆਪਣੇ ਜੀਵਨ 'ਚ ਇੱਕ ਜ਼ਿੰਦਗੀ 'ਚ ਇੱਕ ਗੱਲ ਪੱਲੇ ਬੰਨ੍ਹ ਲਓ ਕਿ ਅਸੀਂ ਅੱਛੇ ਕਰਮ ਕਰੀਏ, ਸਾਰਿਆਂ ਨਾਲ ਪ੍ਰੇਮ ਕਰੀਏ, ਕਿਸੇ ਦਾ ਦਿਲ ਨਾ ਦੁਖਾਈਏ, ਔਰ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੀਏ। ਨਾਮ ਸਿਮਰਨ ਦੀ ਇਹੋ ਜਿਹੀ ਕਮਾਈ ਆ, ਤੁਹਾਨੂੰ ਉਹ ਬਾਦਸ਼ਾਹ ਬਣਾ ਸਕਦੀ ਆ, ਤੁਹਾਨੂੰ ਜਨਮ ਮਰਨ ਤੋਂ ਮੁਕਤ ਕਰਾ ਸਕਦੀ ਆ। ਜਿੰਨੇ ਮਰਜੀ ਵੱਡੇ ਵੱਡੇ ਗ੍ਰੰਥ ਪੜ੍ਹ ਲਓ, ਜਦ ਤੱਕ ਸਭ ਦਾ ਨਿਚੋੜ ਇੱਕੋ ਹੀ ਆ ਕਿ ਸਿਮਰਨ, ਬੰਦਗੀ, ਭਗਤੀ। ਨਿਚੋੜ ਇੱਕੋ ਆ। ਕਿਉਂ ਨਹੀਂ ਫਿਰ ਤੁਸੀਂ ਸਿਮਰਨ ਕਰਦੇ? ਬਾਹਰਲੇ ਪਾਠ ਕਰੀ ਜਾ ਰਹੇ, ਪਾਠ ਕਰੀ ਜਾ ਰਹੇ। ਅੰਦਰ ਆ ਜਾਓ, ਅੰਦਰ 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 ਦੇਖੋ ਕੀ ਪਾਠ ਚੱਲਦੇ ਪਏ। ਅੰਦਰ ਆ ਜਾਓ, ਇੱਥੇ ਅੰਦਰ ਅੰਦਰ ਕਿੰਨਾ ਪਾਠ ਚੱਲਦਾ, ਅੰਦਰ ਕਿੰਨੇ ਸਿਮਰਨ ਚੱਲਦਾ। ਅੰਦਰ ਦੇਖੋ, ਅੰਦਰ ਕਿੰਨੇ ਧਨਕਾਰੇ ਵੱਜਦੇ ਪਏ ਆ। ਅੰਦਰ ਦੇਖੋ, ਇੱਥੇ ਆਪਣੇ ਅੰਦਰ ਪ੍ਰਕਾਸ਼ ਦੇਖਣ ਦੀ ਕੋਸ਼ਿਸ਼ ਕਰੋ। ਅਭਿਆਸ ਕਰਕੇ ਤਾਂ ਦੇਖੋ, ਕਰਨੀ ਦਾ ਮਾਰਗ ਆ, ਕਰਨਾ ਹੀ ਪੈਣਾ ਹੈ। ਸੱਚ ਦਾ ਪ੍ਰਚਾਰ, ਸੱਚ ਦੀ ਖੋਜ ਕਰੋ। ਸੱਚ ਦਾ ਮੁੱਲ ਆ, ਸੱਚ ਦੀ ਕੀਮਤ ਆ। ਸੀਸ ਦੀਏ ਸਤਿਗੁਰ ਮਿਲੇ, ਫਿਰ ਵੀ ਸਸਤਾ ਜਾਣ। ਅਗਰ ਸਿਰ ਦੇਣਾ ਵੀ ਪ੍ਰਮਾਤਮਾ ਮਿਲਦਾ ਤਾਂ ਵੀ ਕਹਿ ਲਓ ਸਸਤਾ ਸੌਦਾ ਕਰ ਲਿਆ। ਅਮੀਰ ਖੁਸਰੇ ਨੇ ਇੱਕ ਜੁੱਤੀ ਦੀ ਖਾਤਰ, ਆਪਣੇ ਗੁਰੂ ਦੀ ਜੁੱਤੀਆਂ ਦੀ ਖਾਤਰ ਆਪਣਾ ਸਭ ਕੁਝ ਧਨ ਦੌਲਤ ਐਸ਼ੋ ਆਰਾਮ, ਪਤੀ ਕਿੰਨਾ ਊਂਟ ਸੀ ਉਹਦੇ ਕੋਲ, ਸਭ ਕੁਝ ਦੇਤਾ ਉਹਨੂੰ ਇੱਕ ਜੁੱਤੀ ਦਾ ਖਾਤਰ। ਤੇ ਗੁਰੂ ਨੇ ਪੁੱਛਿਆ ਇਹ ਜੁੱਤੀ ਲਿਆ? ਕਹਿੰਦੇ ਹਾਂ। ਕੀ ਮੁੱਲ ਦਿੱਤਾ? ਕਹਿੰਦੇ ਜੋ ਹੀ ਸਭ ਕੁਝ ਦੇਤਾ। ਕਹਿੰਦੇ ਫਿਰ ਵੀ ਸਸਤੀ ਲੈ ਲਈ। ਕਹਿੰਦੇ ਦੇਖੋ, ਤੁਸੀਂ ਪੜ੍ਹੇ ਲਿਖੇ ਹੋ, ਸਮਝਦਾਰ ਹੋ, ਪ੍ਰਮਾਤਮਾ ਨੇ ਤੁਹਾਨੂੰ ਬੁੱਧੀ ਦਿੱਤੀ ਆ, ਸੋਚਣ ਸਮਝਣ ਦੀ ਸ਼ਕਤੀ ਦਿੱਤੀ ਆ। ਅੱਜ ਸੰਸਾਰ ਬੜਾ ਕੁਝ ਹੋ ਰਿਹਾ, ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਠੀਕ ਹੈ? ਐਵੇਂ ਨਾ ਭੇਡ ਚਾਲ ਵਾਂਗੂ, ਭੇਡਾਂ ਵਾਂਗੂ ਲੱਗ ਜਾਇਆ ਕਰੋ। ਉੱਥੇ ਉਹਦੀ ਮਨੋਕਾਮਨਾ ਪੂਰੀ ਹੋਈ, ਚੱਲ ਦੂਜੇ ਤੁਸੀਂ ਚਲੇ ਜਾਓ। ਉੱਥੇ ਉਹਦੀ ਮਨੋਕਾਮਨਾ ਪੂਰੀ ਹੋਈ ਆ, ਚਮਤਕਾਰ ਹੋ ਗਿਆ, ਤੁਸੀਂ ਉੱਧਰ ਹੋ ਜਾਓ। ਭੇਡਾਂ ਬੱਕਰੀਆਂ ਤਰ੍ਹਾਂ ਨਾ ਬਣੋ ਤੁਸੀਂ। ਡਾਕਟਰ ਦੇਖੋ, ਆਪਣੇ ਮਹੱਲੇ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕਿੰਨੇ ਡਾਕਟਰ ਨੇ, ਹੈਗੇ ਨਾ ਡਾਕਟਰ। ਕਿਸੇ ਨੂੰ 5 ਰੁਪਏ 'ਚ ਆਰਾਮ ਆਉਂਦਾ, ਕਿਸੇ ਨੂੰ 50,000 'ਚ ਆਰਾਮ ਆਉਂਦਾ, ਕਿਸੇ ਨੂੰ 5 ਲੱਖ 'ਚ ਆਰਾਮ ਆਉਂਦਾ। ਜਿਹਦਾ ਜਿੱਥੇ ਦਾਣਾ ਪਾਣੀ ਲਿਖਿਆ ਉਹਨੇ ਉੱਥੇ ਪਹੁੰਚ ਜਾਣਾ। ਜਿਹਦੇ ਡਾਕਟਰ ਕੋਲ ਇਲਾਜ ਲਿਖਿਆ ਉਹਨੇ ਉੱਥੇ ਹੀ ਪਹੁੰਚ ਜਾਣਾ। ਇਹ ਸੰਸਾਰ ਬਣਿਆ, ਜ਼ਿਆਦਾ ਸੰਸਾਰ ਬਣਿਆ ਤਦ ਸੰਤ ਮਾ ਫਕੀਰ ਆਉਂਦੇ ਰਹਿਣੇ, ਜਾਂਦੇ ਰਹਿਣੇ ਆ, ਔਰ ਅੱਗੇ ਵੀ ਆਉਂਦੇ ਜਾਂਦੇ ਰਹਿਣੇ ਆ। ਪਰ ਸਮੇਂ ਦੇ ਮੌਕੇ ਦੇ ਸੰਤ ਮਹਾਂਪੁਰਸ਼ਾਂ ਦੀ ਕਦਰ ਕਰੋ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਸੱਚ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ। ਐਵੇਂ ਨਹੀਂ ਫਟਾਫਟ ਜਾ ਕੇ ਕਿਸੇ ਮਨ ਲਾ ਕੇ ਕਿਸੇ ਸੰਤ ਮਕੀਰ ਚਰਨ ਲੱਗ ਜਾ ਕਰੋ। ਪਰਖ ਲਿਆ ਕਰੋ। ਜਿੱਦਾਂ ਸੁਨਿਆਰ ਆਪਣੇ ਸੋਨੇ ਨੂੰ ਪਰਖ ਕਰਦਾ, ਨਾਲ ਉਹ ਅੱਗ ਦੇ ਰਿਹਾ, ਨਾਲ ਉਹ ਸੱਟ ਵੀ ਮਾਰਦਾ ਪਿਆ, ਉਹ ਸੋਨੇ ਦੀ ਪਰਖ ਕਰਦਾ ਸੁਨਿਆਰ। ਇਸੇ ਤਰ੍ਹਾਂ ਗੁਰੂ ਬਣਾਉਣ ਤੋਂ ਪਹਿਲਾਂ ਉਹਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ। ਭੀੜ ਨਾ ਦੇਖਿਆ ਕਰੋ, ਕਿੰਨੀਆਂ ਗੱਡੀਆਂ, ਕਿੰਨੇ ਕਾਰਾਂ, ਕਿੰਨੇ ਲੋਕ ਦੁਨੀਆ ਬੈਠੀ ਆ। ਭੀੜ ਚਾਲ ਨਾ ਬਣਿਆ ਕਰੋ, ਪਰਖ ਕਰੋ, ਪਹਿਚਾਨਣ ਦੀ ਕੋਸ਼ਿਸ਼ ਕਰੋ। ਅਸੀਂ ਤਾਂ ਪਹਿਚਾਨਾਂਗੇ ਜੇ ਅਸੀਂ ਰੋਜ਼ ਸਿਮਰਨ ਕਰਾਂਗੇ, ਪ੍ਰਭੂ ਨਾਲ ਪ੍ਰੇਮ ਕਰਾਂਗੇ।
ਫਿਰ ਤੁਹਾਨੂੰ ਸੱਚ ਦੀ ਪਹਿਚਾਣ ਆਣੀ ਆ। ਇਹੋ ਜਿਹੇ ਜਿਹੜੇ ਬੋਡੀਗਾਰਡ ਰੱਖਦੇ ਆ, ਇਹਨਾਂ ਸਾਡੀ ਕੀ ਰੱਖਿਆ ਕਰਨੀ? ਇਹ ਆਪਣੀ ਰੱਖਿਆ ਤਾਂ ਕਰ ਨਹੀਂ ਸਕਦੇ। ਸਮਝੋ, ਛੋਟੀ ਛੋਟੀ ਗੱਲਾਂ ਆ। ਹੁਣ ਦੂਸਰੀ ਗੱਲ ਆ ਜਾਓ, ਹੋਰ ਪਾਸੇ ਆਨੇ ਆਪਾਂ। ਚਲੋ ਖੈਰ, ਫੇਰ ਕਰਾਂਗੇ ਗੱਲਾਂ, ਵਿਚਾਰ ਫੇਰ ਕਰਾਂਗੇ। ਔਰ ਦਾਸ ਨੂੰ ਫਿਰ ਇੱਕ ਮਹਿਫਿਲ ਵਿੱਚ ਜਾਣ ਦਾ ਮੌਕਾ ਮਿਲਿਆ। ਉਸ ਮਹਿਫਿਲ ਦੇ ਵਿੱਚ ਸਿਗਰਟਾਂ ਬੜੀਆਂ ਪੀ ਰਹੇ ਸੀ, ਤੇ ਇੱਕ ਨੂੰ ਪੁੱਛ ਲਿਆ ਕਿ ਯਾਰ ਤੂੰ ਸਿਗਰਟ ਕਾਹਦੇ ਇੰਨੀ ਪੀਨਾ ਆ? ਤਾਂ ਉਸਨੇ ਕਿਹਾ ਕਿ ਕਦੇ ਕਦੇ ਸ਼ੋਸ਼ੇਬਾਜ਼ੀਆਂ ਕਰਨੀਆਂ ਹੁੰਦੀਆਂ, ਜੇ ਕੋਈ ਸ਼ੋਸ਼ੇਬਾਜ਼ੀ ਸਾਨੂੰ ਪਿੱਛੇ ਬਿਠਾ ਦਿੰਦੇ ਆ। ਬੜਾ ਹਾਸਾ ਆਇਆ ਕਿ ਸਿਗਰਟ ਪੀਣਾ ਯਾਰ ਕੀ ਮਿਲਦਾ ਆ? ਜੇ ਇਹਦੇ ਨਾਲ ਕੋਈ ਪਰਮਾਤਮਾ ਮਿਲਦਾ, ਇਹਨਾਂ ਨਾਲ ਕੋਈ ਮਿਲਦਾ, ਤਾਂ ਮੈਂ ਵੀ ਪੀ ਲਵਾਂ ਯਾਰ, ਮੈਂ ਵੀ 2-4 ਡੱਬੀਆਂ ਪੀ ਲਵਾਂ। ਨਸ਼ਿਆਂ ਤੋਂ ਦੂਰ ਰਹੋ, ਆਪਣੇ ਜੀਵਨ ਨੂੰ ਪਹਿਚਾਨਣ ਦੀ ਕੋਸ਼ਿਸ਼, ਜੀਵਨ ਨੂੰ ਅੱਛੇ ਆਨੰਦ ਵਿੱਚ ਲਵੋ, ਆਪਣੇ ਸਰੀਰ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ। ਇਹ ਮਨੁੱਖ ਚੋਲਾ ਮਿਲਿਆ, ਭਗਤੀ ਕਰਨ ਵਾਸਤੇ ਮਿਲਿਆ। ਇਹ ਸਰੀਰ ਹਰੀ ਦਾ ਮੰਦਰ ਆ, ਇਸ ਨੂੰ ਸਾਫ਼ ਸੁਥਰਾ ਰੱਖੋ। ਪਰਮਾਤਮਾ ਜਿਹਨੂੰ ਵੀ ਮਿਲਿਆ ਅੰਤਰ ਦੇ ਵਿੱਚ ਮਿਲਿਆ, ਬਾਹਰ ਕਿਸੇ ਨੂੰ ਨਹੀਂ ਮਿਲਿਆ। ਅੱਲਾ, ਰਾਮ, ਕ੍ਰਿਸ਼ਨ, ਨਾਨਕ ਸਭ ਇੱਕੋ ਹੀ ਆ, ਇੱਕੋ ਹੀ ਪਿਤਾ ਪਰਮੇਸ਼ਰ ਆ, ਇੱਕੋ ਹੀ ਪਰਮਾਤਮਾ ਹੀ ਬੱਚੇ ਆ, ਇੱਕੋ ਹੀ ਸਭ ਪਰਮਾਤਮਾ, ਸਭ ਇੱਕੋ ਆ, ਬਸ ਦੋ ਤਾਂ ਹੈ ਹੀ ਨਹੀਂ ਹੈਗੇ। ਜਿਹਨੂੰ ਜੋ ਚੰਗਾ ਲੱਗਦਾ ਕਰੀ ਚਲੋ, ਵਾ ਕਿਸੇ ਨਾਲ ਵਿਰੋਧ ਨਾ ਕਰੋ। ਇਹ ਨਾ ਕੋਈ ਮੇਰਾ ਗੁਰੂ ਵਧੀਆ ਦਾ ਉਹਦਾ ਗੁਰੂ ਮਾੜਾ ਆ, ਮੇਰਾ ਪਰਮਾਤਮਾ ਚੰਗਾ ਆ ਉਹਦਾ ਪਰਮਾਤਮਾ ਮਾੜਾ, ਇਦਾਂ ਅੱਗ ਨਾ ਕਰੋ। ਅਸੀਂ ਇੱਕੋ ਹੀ ਪਰਮਾਤਮਾ ਦੇ, ਇੱਕੋ ਅੱਲਾ ਵਾਹਿਗੁਰੂ ਦੇ ਬੱਚੇ ਆ, ਠੀਕ ਆ। ਅਸੀਂ ਸਭ ਭੈਣ ਭਰਾ ਆ। ਔਰ ਆਪਣੇ ਆਪ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰੋ। ਜਿਨ੍ਹਾਂ ਦੀ ਅਸੀਂ ਧੂਪ ਬੱਤੀ ਆਰਾਧਨਾ ਕਰਦੇ ਆ, ਜਿਨ੍ਹਾਂ ਦੀ ਰੋਜ਼ ਭਗਤੀ ਕਰਦੇ ਆ, ਉਹਨੂੰ ਅੰਦਰ ਵਿੱਚ ਦੇਖਣ ਦੀ ਕੋਸ਼ਿਸ਼ ਕਰੋ, ਅੰਤਰ ਵਿੱਚ ਉਹਨੂੰ ਮਿਲਣ ਦੀ ਕੋਸ਼ਿਸ਼ ਕਰੋ, ਫਿਰ ਤੁਸੀਂ ਪਾਸ ਹੋਵੋਗੇ। ਬਾਹਰਲੀ ਜਿੰਨੀ ਮਰਜ਼ੀ ਕਿਰਿਆਵਾਂ ਕਰੀ ਚਲੋ, ਜਿੰਨੇ ਮਰਜ਼ੀ ਪਾਠ ਪੜ੍ਹੀ ਜਾਓ, ਰਾਤ ਦਿਨ ਪਾਠ ਕਰੀ ਜਾਓ, ਲੱਖਾਂ ਟਨ ਗ੍ਰੰਥ ਪੜ੍ਹੀ ਜਾਓ, ਚਾਹੇ ਜਦ ਤੱਕ ਤੁਸੀਂ ਅੰਦਰ ਨਹੀਂ ਆਉਂਦੇ, ਇੱਥੇ ਪ੍ਰਕਾਸ਼ ਨਹੀਂ ਦੇਖਦੇ, ਇੱਥੇ ਆਪਣੇ ਗੁਰੂ ਨੂੰ ਦੇਖਦੇ ਜਿਹਦੀ ਤੁਸੀਂ ਆਰਾਧਨਾ ਕਰਦੇ ਆ, ਤਾਂ ਤਦ ਤੱਕ ਤੁਸੀਂ ਫੇਲ ਹੀ ਫੇਲ ਹੋ। ਠੀਕ ਹੈ, ਆਪਣੇ ਅੰਦਰ ਵਿੱਚ ਆ ਜਾਓ। ਸੰਸਾਰ ਦੀ ਕਮਾਈ ਦੇ ਨਾਲ ਨਾਲ ਨਾਮ ਸਿਮਰਨ ਦੀ ਕਮਾਈ ਇਕੱਠੀ ਜ਼ਰੂਰ ਕਰੋ। ਘੱਟੋ ਘੱਟ 2.5-3 ਘੰਟੇ ਰੋਜ਼ ਤੁਸੀਂ ਭਜਨ ਸਿਮਰਨ ਦਾ ਅਭਿਆਸ ਕਰਨਾ ਹੈ, ਰੋਜ਼ ਬੰਦਗੀ ਕਰਨੀ ਹੈ। ਫਿਰ ਆਪਣੇ ਸੰਸਾਰ ਦੇ ਕੰਮ ਲਈ 21 ਘੰਟੇ ਤੁਹਾਡੇ ਬਹੁਤ ਨੇ, ਰੋਣ ਲਈ, ਧੋਣ ਲਈ, ਸੌਣ ਲਈ, ਜਾਗਣ ਲਈ। ਠੀਕ ਆ, ਇਸ ਕਰਕੇ ਅੱਜ ਨਹੀਂ ਤੇ ਕੱਲ ਸਿਮਰਨ ਕਰਨਾ ਹੀ ਪੈਣਾ, ਬੰਦਗੀ ਕਰਨੀ ਹੀ ਪੈਣੀ ਆਪਣੇ। ਉਹ ਮੂਰਖ ਲੋਕ ਆ ਜਿਹੜੇ ਕਹਿੰਦੇ ਕਿ 1 ਮਿੰਟ ਸਿਮਰਨ ਕੀਤਾ ਇੰਨੀ ਗੱਲ ਬਣ ਜਾਂਦੀ ਆ, 1 ਮਿੰਟ ਸਿਮਰਨ ਕੀਤਾ ਇਹੀ ਬਹੁਤ ਹੁੰਦਾ ਹੈ। ਇਹ ਉਹ ਲੋਕ ਗੱਲਾਂ ਕਰਦੇ ਆ ਜਿਹੜੇ ਭਗਤੀ ਨਹੀਂ ਕਰਨਾ ਚਾਹੁੰਦੇ, ਜਿਨ੍ਹਾਂ ਸਿਮਰਨ ਵਿੱਚ ਧਿਆਨ ਨਹੀਂ ਲੱਗਦਾ। ਹੁਣ ਇੱਥੇ ਨਚਾ ਲਓ ਨਾ, ਕਿਸੇ ਨੂੰ ਕਹਾ ਡੀਜੇ ਲਾ ਦਿਓ, ਨੱਚਣ ਲੱਗ ਜਾਓਗੇ, ਹਨਾ, ਸਾਰੀ ਰਾਤ ਨੱਚੀ ਜਾਣਾ। ਜੋ ਸਿਮਰਨ ਦੇ ਇੱਕ ਵਾਰ ਬਿਠਾ ਦਿਓ ਉਹਨਾਂ ਨੂੰ, ਤੇ ਜਦੀ ਨੀਂਦ ਆਉਣ ਲੱਗ ਪੈਂਦੀ ਆ। ਅੱਖਾਂ ਬੰਦ ਕੇ ਬਿਠਾ ਦਿਓ ਕਿਸੇ ਨੂੰ ਕਿ ਲੈ ਵੀ ਸਿਮਰਨ ਕਰ, ਜਦੀ ਨੀਂਦ ਆਉਣ ਲੱਗ ਪੈਂਦੀ। ਬੈਠਣ ਨਹੀਂ ਜਾਂਦਾ, ਗੋਡੇ ਦਰਦ ਕਰਦੇ, ਮੋਢੇ ਦਰਦ ਕਰਦੇ ਆ। ਜਦੋਂ ਨੱਚਣਾ ਆਵੇ ਸਾਰੀ ਰਾਤ ਨੱਚਣਾ। ਕੋਈ ਕਾਲ ਇਹ ਦੇਸ਼ ਉਹ ਕਹਿੰਦਾ ਨਹੀਂ ਇੱਥੋਂ ਦੁਨੀਆ ਨਿਕਲੇ, ਉਹ ਦੁਨੀਆ 'ਚ ਫਸਾ ਕੇ ਰੱਖਦਾ ਹੈ। ਅਸੀਂ ਇਹ ਚੀਜ਼ਾਂ ਤੋਂ ਬਚਣਾ ਹੈਗਾ, ਠੀਕ ਆ। ਔਰ ਆਪਣੇ ਆਪ ਦੀ ਪਹਿਚਾਣ ਕਰਨੀ ਆ, ਸੱਚੇ ਗੁਰੂਆਂ ਦੀ ਪਹਿਚਾਣ ਕਰੋ, ਸੱਚੇ ਸੰਤਾਂ ਮਾਚਾ ਫਕੀਰਾਂ ਦੀ ਪਹਿਚਾਣ ਕਰੋ। ਭੇਡ ਚਾਲ ਮੰਗੋ, ਭੇਡ ਬੱਕਰੀਆਂ ਦੀ ਤਰ੍ਹਾਂ ਨਾ ਪਿੱਛੇ ਲੱਗ ਜਾਇਆ ਕਰੋ ਕਿਸੇ ਦੇ। ਜਿਹੜੇ ਸੱਚੇ ਸੰਤ ਮਹਾਂਪੁਰਸ਼ ਹੁੰਦੇ ਆ, ਫਕੀਰ ਹੁੰਦੇ ਆ, ਗੁਰੂ ਹੁੰਦੇ ਆ, ਉਹਨਾਂ ਨੂੰ ਕਦੇ ਵੀ ਕਿਸੇ ਦੀ ਸਿਕਿਉਰਿਟੀ ਗਾਰਡ ਦੀ ਲੋੜ ਨਹੀਂ ਪੈਂਦੀ, ਕਦੇ ਕਿਸੇ ਦੀ ਬੋਡੀ ਗਾਰਡ ਦੀ ਲੋੜ ਨਹੀਂ ਪੈਂਦੀ। ਜਿਹੜਾ ਆਪ ਦੀ ਰੱਖਿਆ ਨਹੀਂ ਕਰ ਸਕਦਾ, ਉਹ ਸਾਡੀ ਕੀ ਰੱਖਿਆ ਕਰੇਗਾ। ਜੋ ਗੁਰੂ ਹੁੰਦੇ ਨੇ, ਪੂਰਨ ਗੁਰੂ ਹੁੰਦੇ ਨੇ, ਪੂਰਨ ਸੰਤ ਮਹਾਂਪੁਰਸ਼ ਹੁੰਦੇ ਨੇ, ਪੂਰਨ ਫਕੀਰ ਹੁੰਦੇ ਆ, ਉਹਨਾਂ ਨੂੰ ਆਪਣੀ ਮੌਜ ਨਾਲ ਆਉਂਦੇ ਆ, ਆਪਣੀ ਮੌਜ ਨਾਲ ਜਾਂਦੇ ਆ। ਔਰ ਉਹਨਾਂ ਨੂੰ ਪਲ ਪਲ ਦਾ ਪਤਾ ਹੁੰਦਾ, ਪਲ ਪਲ ਦੀ ਖਬਰ ਦਾ ਪਤਾ ਹੁੰਦਾ। ਜਿਹਨੂੰ ਉਹਨਾਂ ਨੂੰ ਪਲ ਪਲ ਦੀ ਖਬਰ ਹੁੰਦੀ ਆ। ਜਿਹਨੂੰ ਆਪਣੀ ਖਬਰ ਨਹੀਂ, ਉਹ ਤੁਹਾਡੀ ਖਬਰ ਕਿੱਦਾਂ ਲਵੇਗਾ। ਜਿਹਨੂੰ ਆਪਣਾ ਆਪ ਨਹੀਂ ਪਤਾ ਲੱਗਾ, ਉਹ ਤੁਹਾਡੇ ਆਪਣੇ ਬੱਚਿਆਂ ਦਾ ਕੀ ਉਹਨੂੰ ਪਤਾ ਲੱਗੇਗਾ। ਜਿਹੜਾ ਆਪ ਹੀ ਮੌਤ ਤੋਂ ਡਰਦਾ ਆ, ਤੁਹਾਨੂੰ ਕਿੱਦਾਂ ਮੌਤ ਤੋਂ ਬੇਡਰ ਕਰ ਦੇਗਾ। ਠੀਕ ਹੈ, ਇਹ ਚੀਜ਼ਾਂ ਦੀ ਪਹਿਚਾਣ ਦੀ ਕੋਸ਼ਿਸ਼ ਕਰੋ, ਉਹ ਸੱਚ ਦੀ ਖੋਜ ਕਰੋ, ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ। ਸਾਰੇ ਦੁੱਖਾਂ ਦੀ ਦਵਾਈ ਸਿਮਰਨ, ਸਾਰੇ ਰੋਜ਼ ਆਪ ਭਜਨ ਸਿਮਰਨ ਦਾ ਅਭਿਆਸ ਕਰੋ। ਠੀਕ ਹੈ, ਰੋਜ਼ ਬੰਦਗੀ ਕਰਨੀ। ਦਾਸ ਦੀ ਆਪ ਦੇ ਚਰਨਾਂ 'ਚ ਬੇਨਤੀ ਆ ਇਹ ਕਿ ਤੁਸੀਂ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰੋ। ਮੈਨੂੰ ਤੁਹਾਡੇ ਤੋਂ ਉਮੀਦ ਆ ਕਿ ਤੁਸੀਂ ਭਗਤੀ ਕਰ ਸਕਦੇ ਹੋ। ਮੈਂ ਛੋਟੀ ਛੋਟੀ ਰੋਜ਼ ਵਿਚਾਰ ਤੁਹਾਡੇ ਸਾਂਝੇ ਕਰਦਾ ਕਿ ਤੁਹਾਨੂੰ ਸੱਚ ਦਾ ਪਤਾ ਲੱਗ ਜਾਵੇ, ਜਲਦੀ ਸਮਝ ਆ ਜਾਵੇ। ਠੀਕ ਹੈ, ਸੱਚ ਦੀ ਪਹਿਚਾਣ ਕਰੋ, ਸੱਚ ਦੀ ਪਰਖ ਕਰਿਆ ਕਰੋ। ਠੀਕ ਹੈ, ਸੋਨਾ ਸੋਨਾ ਹੀ ਹੁੰਦਾ, ਪਿੱਤਲ ਪਿੱਤਲ ਹੀ ਹੁੰਦਾ। ਠੀਕ ਹੈ, ਇਸ ਚੀਜ਼ ਦੀ ਹਮੇਸ਼ਾ ਯਾਦ ਰੱਖੋ। ਸੰਤਾਂ ਮਹਾਂਪੁਰਸ਼ਾਂ ਨੂੰ ਅੱਜ ਕਿਹੜੀ ਪ੍ਰਚਾਰ ਦੀ ਲੋੜ ਪੈ ਗਈ? ਕਿਆ ਸਾਨੂੰ ਬੋਡੀਗਾਰਡ ਰੱਖਣ ਦੀ ਲੋੜ ਪੈ ਗਈ? ਫਕੀਰਾਂ ਨੂੰ ਬੋਡੀਗਾਰਡ ਰੱਖਣ ਦੀ ਲੋੜ ਪੈ ਗਈ? ਸੰਤਾਂ ਮਹਾਂਪੁਰਸ਼
ਬੋਡੀਗਾਰਡਾਂ ਦੀ ਪੁਲਿਸ ਦੀ ਲੋੜ ਪੈ ਗਈ, ਜਿਹੜੇ ਆਪ ਨਹੀਂ ਆਪਣੇ ਬਚਾ ਸਕਦੇ ਉਹ ਸਾਨੂੰ ਕੀ ਬਚਾਣਗੇ। ਇਸ ਚੀਜ਼ ਦੀ ਪਹਿਚਾਣ ਕਰੋ, ਰੋਜ਼ ਭਜਨ ਸਿਵ ਦਾ ਅਭਿਆਸ ਕਰੋ। ਇਹ ਤਾਂ ਹੀ ਪਹਿਚਾਣ ਕਰਾਂ ਜੇ ਆਪਣੀ ਭਗਤੀ ਕਰਾਂ, ਰੋਜ਼ ਅਭਿਆਸ ਕਰਾਂਗੇ, ਆਪਣੇ ਗੁਰੂ ਤੇ ਵਿਸ਼ਵਾਸ ਹੋਵੇਗਾ। ਇਹ ਸੱਜੇ ਨਹੀਂ ਦਿਖਣਾ, ਖੱਬੇ ਨਹੀਂ ਦਿਖਣਾ, ਬਸ ਸਿੱਧਾ ਚੱਲਦੇ ਰਹੋ ਬਸ। ਦੁਨੀਆ ਕੀ ਕਹਿੰਦੀ, ਦੁਨੀਆ ਦੀ ਪਰਵਾਹ ਨਾ ਕਰੋ, ਤੁਸੀਂ ਆਪਣਾ ਰਸਤਾ ਸਿੱਧਾ ਰੱਖੋ, ਤੁਹਾਡੀ ਗੱਲ ਇੱਕ ਨਾ ਇੱਕ ਦਿਨ ਜ਼ਰੂਰ ਬਣ ਜਾਏਗੀ। ਖੋਜ ਕਰੋ, ਖੋਜ ਤਤ ਵਿਚਾਰਾ, ਵਜਨ ਸਿਮਰਨ ਬਿਨਾ ਨਹੀਂ ਛੁਟਕਾਰਾ। ਭਜਨ ਸਿਮਰਨ ਕਰਨਾ ਹੀ ਪੈਣਾ, ਅੱਜ ਕਰ ਲਓ ਚਾਹੇ ਕੱਲ ਕਰ ਲਓ, ਕਰਨਾ ਹੀ ਪੈਣਾ। ਸਮੇਂ ਨਾਲ ਕਰ ਲਓ ਤਾਂ ਬਹੁਤ ਵਧੀਆ ਗੱਲ ਆ, ਠੀਕ ਹੈ। ਸਮੇਂ ਬਹੁਤ ਕੀਮਤੀ ਆ, ਜੋ ਬੀਤ ਗਿਆ ਉਹ ਵਾਪਸ ਨਹੀਂ ਆਣਾ। ਜੋ ਚੱਲ ਰਿਹਾ ਉਹਦੀ ਸੰਭਾਲ ਕਰਨ ਦੀ ਕੋਸ਼ਿਸ਼ ਕਰੋ, ਜੋ ਅੱਗੇ ਆਉਣ ਵਾਲਾ ਆ ਉਹਦੀ ਚਿੰਤਾ ਨਾ ਕਰੋ। ਪ੍ਰੈਜ਼ੈਂਟ ਜੋ ਹੈ ਉਹਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰੋ, ਠੀਕ ਹੈ। ਗੁਰੂ ਦੇ ਆਪ 24 ਘੰਟੇ ਦਸਵੰਧਾ 2.5 ਘੰਟੇ ਜ਼ਰੂਰ ਦਿਆ ਕਰੋ। ਬਾਕੀ 24 ਘੰਟੇ ਹੀ ਉਹ ਪਰਮਾਤਮਾ ਜਦੋਂ ਮਰਜ਼ੀ ਤੁਸੀਂ ਚੱਲਦੇ ਫਿਰਦੇ ਉੱਠਦੇ ਬਹਿੰਦੇ ਸਿਮਰਨ ਕਰ ਸਕਦੇ ਆ। ਜਦੋਂ ਸਮਾਂ ਮਿਲਦਾ ਉਦੋਂ ਬੈਠ ਜਾ ਕਰੋ, ਪਰ ਇੱਕ ਨਿਯਮ ਨਿਸ਼ਚਿਤ ਸਮੇਂ ਤੈਅ ਕਰੋ ਕਿ ਸਵੇਰੇ ਉੱਠ ਕੇ ਮੈਂ ਬਹਿਣਾ ਹੀ ਬਹਿਣਾ। ਫਿਰ ਆਪਣੇ ਸੰਸਾਰ ਦੇ ਕੰਮ ਧੰਦਾ ਕਰੋ, ਤੁਹਾਡੀ ਗੱਲ ਜ਼ਰੂਰ ਬਣ ਜੇਗੀ। ਜੈ ਲਖ ਦਾਤਾ ਪੀਰ ਦੀ, ਮੌਜ ਫਕੀਰ ਦੀ। ਦਾਸ ਨੂੰ ਬੋਲਣ ਵਿੱਚ ਗਲਤੀ ਹੋਵੇ, ਦਾਸ ਨੂੰ ਆਪਣੀ ਚਰਨਾਂ ਦੀ ਧੂੜ ਸਮਝ ਕੇ ਮਾਫ ਕਰਨਾ। ਜੇ ਅੱਛਾ ਵਿਚਾਰ ਲੱਗਿਆ ਤੇ ਵਿਚਾਰਾਂ ਤੇ ਅਮਲ ਕਰਨਾ, ਅਮਲ ਕਰਕੇ ਉੱਦਾਂ ਦਾ ਆਪਣੇ ਜੀਵਨ ਬਣਾਉਣ ਦੀ ਕੋਸ਼ਿਸ਼ ਕਰਨੀ ਹੈ, ਠੀਕ ਹੈ ਜੀ। ਜੈ ਲਖ ਦਾਤਾ ਪੀਰ ਦੀ, ਮੌਜ ਫਕੀਰ ਦੀ।